ਮੁੰਡੇ ਤੇ ਕੁੜੀਆਂ ਨੂੰ ਜੋ ਸ਼ਾਰਟਕਟ ਨੇ, ਫਿਰ ਚਾਹੇ ਉਹ ਕ੍ਰੀਟੇਨ ਹੋ ਜਾਣ ਜਾਂ ਫਿਰ ਹੋਰ ਬੜੇ ਤਰ੍ਹਾਂ ਦੇ ਸਪਲੀਮੈਂਟਸ ਹੁੰਦੇ ਨੇ, ਉਹਨਾਂ ਦੇ ਲਈ ਕੀ ਕਹਿਣਾ ਚਾਹੁੰਦੇ? ਲਾਈਮਲਾਈਟ ਦੇ ਵਿੱਚ ਆਉਣਾ ਚਾਹੁੰਦਾ ਹੈ, ਉਹ ਗਲੈਮਰ ਪਾਰਟ ਦੇਖਦਾ ਹੈ ਬੋਡੀ ਬਿਲਡਿੰਗ ਦਾ, ਉਹ ਉਹਦੀ ਮਿਹਨਤ, ਉਹਦੀ ਸਾਲਾਂ ਦੀ ਤਪੱਸਿਆ ਉਹ ਨਹੀਂ ਦੇਖਦਾ। ਕਈ ਮੇਰੇ ਕੋਲ ਆਉਂਦੇ ਨੇ ਕਿ ਭਾਜੀ ਅਸੀਂ 6 ਮਹੀਨੇ ਸਾਲ ਆਪਾਂ ਕੰਪੀਟੀਸ਼ਨ ਖੇਡਣਾ ਚਾਹੁੰਦੇ ਹਾਂ ਤੇ ਜਿੱਤਣਾ ਚਾਹੁੰਦੇ ਹਾਂ ਵੱਡੇ ਸ਼ੋਅ। ਉਹ ਐਦਾਂ ਨਹੀਂ ਹੁੰਦਾ ਤੇ ਕੋਈ ਵੀ ਸ਼ਾਰਟਕਟਸ ਨਾ ਅਪਣਾਓ। ਕਿੰਨੀ ਕੁ ਤਪੱਸਿਆ ਤੁਸੀਂ ਕੀਤੀ ਆ ਅਤੇ ਕਿੰਨੇ ਕੁ ਸਾਲ ਹੋ ਗਏ ਜਿਹੜਾ ਮੁਕਾਮ ਤੁਸੀਂ ਅੱਜ ਹਾਸਿਲ ਕੀਤਾ? ਜਦੋਂ 10ਵੀਂ ਵਿੱਚ ਵੀ ਨਹੀਂ ਸੀਗਾ, ਵੈਸੇ ਮੈਂ 9ਵੀਂ 8ਵੀਂ 'ਚ ਹੀ ਸੀਗਾ ਜਦੋਂ ਮੈਂ ਸ਼ੁਰੂ ਕਰਤੀ ਸੀ। ਤੇ ਫਿਰ ਮੈਂ ਪ੍ਰੋਮਿਸ ਕੀਤਾ ਸੀਗਾ ਜੀ ਘਰਦਿਆਂ ਨੂੰ ਕਿ ਵੀ ਮੈਂ 12ਵੀਂ 'ਚ ਚੰਗੇ ਨੰਬਰ ਜਦੋਂ ਮੇਰੇ ਆ ਜਾਣਗੇ ਤਾਂ ਤੁਸੀਂ ਮੈਨੂੰ ਜਿਮ ਜਾਣ ਦਿਓਗੇ। ਉਦੋਂ ਜਿਮ ਕਲਚਰ ਇੰਨਾ ਨਹੀਂ ਹੁੰਦਾ ਸੀਗਾ ਜਿਵੇਂ ਹੁਣ ਹੋ ਗਿਆ। ਮੈਨੂੰ 26 ਸਾਲ ਹੋ ਗਏ ਨੇ ਲਿਫਟਿੰਗ ਕਰਦੇ। ਤੇ ਅਗੇਨ ਮੈਂ ਉਹੀ ਐਗਜ਼ਾਮਪਲ ਦਊਂਗਾ, ਦਾ ਰੋਮ ਵਾਜ਼ਨਟ ਬਿਲਟ ਇਨ ਅ ਡੇ। ਤੇ ਮੈਂ ਪੈਕ ਤੋਂ ਇੰਜੀਨੀਅਰਿੰਗ ਕੀਤੀ ਹੈ। ਮੈਂ +1 +2 ਵਿੱਚ ਹੀ ਟੌਪ ਕੀਤਾ ਸੀਗਾ ਟਰਾਈ ਸਿਟੀ 'ਚ। ਤੇ ਉਹਦੇ ਬਾਅਦ ਮੈਂ ਪੈਕ 'ਚ ਵੀ ਐਡਮਿਸ਼ਨ ਲਿੱਤੀ, ਜਿਹੜੀ ਕਿ ਨਹੀਂ ਮਿਲਦੀ ਹੈ ਪੰਜਾਬ ਇੰਜੀਨੀਅਰਿੰਗ ਕਾਲਜ ਸਾਡੇ। ਉੱਥੇ ਵੀ ਮੈਂ ਸਕਾਲਰਸ਼ਿਪ 'ਚ ਮੈਨੂੰ ਐਡਮਿਸ਼ਨ ਮਿਲੀ ਸੀਗੀ। ਡਾਈਟ ਦੀ ਗੱਲ ਕਰਨਾ, ਕਿਉਂਕਿ ਜਦੋਂ ਮੈਨੂੰ ਲੱਗਦਾ ਬੋਡੀ ਬਿਲਡਿੰਗ ਦੀ ਗੱਲ ਆਉਂਦੀ ਹੈ ਤਾਂ ਨਾਲ ਪ੍ਰੋਟੀਨ, ਕ੍ਰੀਟੇਨ, ਸਪਲੀਮੈਂਟਸ, ਸ਼ੇਕ ਵਗੈਰਾ ਬੜਾ ਕੁਝ ਜੁੜ ਜਾਂਦਾ। ਕੀ ਵਾਕਿਆ ਦੇ ਵਿੱਚ ਕੀ ਸੱਚਾਈ ਹੈ ਜੇ ਸਿੰਪਲ ਅਤੇ ਸਿੱਧੇ ਸ਼ਬਦਾਂ ਦੇ ਵਿੱਚ ਤੁਸੀਂ? ਜਿਹੜਾ ਸਪਲੀਮੈਂਟ ਹੁੰਦਾ ਹੈ ਉਹ ਇੱਕ ਸਪਲੀਮੈਂਟ, ਨਾਮ ਹੀ ਸਪਲੀਮੈਂਟ ਹੈ। ਸਪਲੀਮੈਂਟ ਦਾ ਮਤਲਬ ਇੱਕ ਐਕਸੈਸਰੀ। ਜਿਵੇਂ ਕਿ ਕੋਈ ਬਹੁਤ ਸੋਹਣਾ ਬੰਦਾ ਤਿਆਰ ਹੁੰਦਾ ਹੈ, ਉਹਦੇ ਬਾਅਦ ਚਸ਼ਮੇ ਲਾ ਲੈਂਦਾ ਹੈ, ਕੋਈ ਟੋਪੀ ਲਾ ਲਈ, ਕਿਸੇ ਨੇ ਮੁੰਦੀ ਪਾ ਲਈ, ਹੈ ਨਾ। ਉਹ ਸਾਰੀ ਚੀਜ਼ਾਂ ਵਧੀਆ ਨੇ, ਦੇ ਆਰ ਐਕਸੈਸਰੀਜ਼। ਬਟ ਜੇ ਤੁਸੀਂ ਇੱਕ ਅੱਛੇ ਪੈਂਟ ਕਮੀਜ਼ ਹੀ ਨਹੀਂ ਪਾਈ ਹੋਈ, ਨਹਾਤੇ ਧੋਤੇ ਨਹੀਂ ਹੋ, ਵਧੀਆ ਤੁਹਾਡੀ ਦਾੜੀ ਪੱਗ ਸੈੱਟ ਨਹੀਂ ਹੈ, ਤੇ ਫਿਰ ਉਹ ਚਸ਼ਮੇ ਦਾ ਵੀ ਕੀ ਫਾਇਦਾ। ਜੇ ਤੁਹਾਡੀ ਰੀਅਲ ਓਰੀਜਨਲ ਡਾਈਟ ਅੱਛੀ ਨਹੀਂ ਹੈ ਤਾਂ ਫਿਰ ਉਹ ਸਪਲੀਮੈਂਟ ਕੁਝ ਨਹੀਂ ਕਰ ਸਕਦੇ। ਉਹਨਾਂ ਨੇ ਬਾਂਹ ਫੜੀ ਹੋਈ ਸੀ ਤੇ ਮੈਨੂੰ ਜੱਜ ਸਾਹਿਬ ਨੇ ਕਿਹਾ ਕਿ ਵੀ ਹਾਂ ਵੀ ਬੇਟਾ ਤੂੰ ਕਿੱਥੋਂ ਆ? ਮੈਂ ਕਿਹਾ ਜੀ ਸਰ ਮੈਂ ਮੋਹਾਲੀ ਤੋਂ ਆਇਆ। ਇਹ ਸ਼ੋਅ ਹੋਇਆ ਸੀਗਾ ਮੰਡੀ ਗੋਬਿੰਦਗੜ੍ਹ। ਤੇ ਕਹਿੰਦੇ ਕਿਵੇਂ ਆਇਆ? ਮੈਂ ਕਿਹਾ ਜੀ ਮੈਂ ਗੱਡੀ 'ਚ ਆਇਆ ਜੀ। ਤੇ ਕਹਿੰਦਾ ਉਹ ਕਹਿੰਦੇ ਵੀ ਆਇਆ ਤਾਂ ਤੂੰ ਗੱਡੀ 'ਚ ਹੈ ਕਾਕਾ, ਜਾਏਗਾ ਤੂੰ ਬੁਲਟ ਤੇ। ਟੀਵੀ ਪੰਜਾਬ ਤੁਸੀਂ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਜਗਵਿੰਦਰ ਸਿੰਘ। ਸਾਡੇ ਇਸ ਖਾਸ ਪ੍ਰੋਗਰਾਮ ਸਪੋਰਟਸ ਸਟਾਰ ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਹਮੇਸ਼ਾ ਦੀ ਤਰ੍ਹਾਂ ਇੱਕ ਖਿਡਾਰੀ ਜਾਂ ਫਿਰ ਉਸ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਅੱਜ ਦੇ ਐਪੀਸੋਡ ਦੇ ਵਿੱਚ, ਜਿਸ ਨੇ ਆਪਣੇ ਮਾਪਿਆਂ ਦਾ ਅਤੇ ਸੂਬੇ ਦਾ ਨਾਂ ਚਮਕਾਇਆ ਹੋਵੇ। ਅੱਜ ਕੱਲ੍ਹ ਜੇਕਰ ਮੈਂ ਗੱਲ ਕਰਾਂ ਤਾਂ ਨੌਜਵਾਨ ਮੁੰਡੇ ਤੇ ਕੁੜੀਆਂ ਨੂੰ ਫਿਟਨੈਸ ਦਾ ਬਹੁਤ ਕਰੇਜ਼ ਹੈ। ਹਰ ਕੋਈ ਫਿਟ ਰਹਿਣਾ ਚਾਹੁੰਦਾ ਅਤੇ ਜਿਸ ਇਨਸਾਨ ਜਾਂ ਸ਼ਖਸੀਅਤ ਦੇ ਨਾਲ ਤੁਹਾਨੂੰ ਅੱਜ ਮੈਂ ਰੂਬਰੂ ਕਰਵਾਉਣ ਜਾ ਰਿਹਾ, ਉਹਨਾਂ ਨੇ ਫਿਟਨੈਸ ਦੀ ਦੁਨੀਆ ਦੇ ਵਿੱਚ ਆਪਣਾ ਖੂਬ ਨਾਮ ਚਮਕਾਇਆ ਅਤੇ ਬੋਡੀ ਬਿਲਡਿੰਗ ਦੇ ਵਿੱਚ ਵੀ ਉਹਨਾਂ ਨੇ ਖੂਬ ਨਾਮ ਚਮਕਾਇਆ। ਮੇਰੇ ਨਾਲ ਮੌਜੂਦ ਨੇ ਬੋਡੀ ਬਿਲਡਰ ਤੇ ਫਿਟਨੈਸ ਦੇ ਗੁਰੂ ਕਹਿਲਾ ਪੁਨੀਤ ਸੰਧੂ ਜੀ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਉਹਨਾਂ ਦੀ ਜਰਨੀ ਦੇ ਰਿਗਾਰਡਿੰਗ ਉਹਨਾਂ ਨੂੰ ਸਵਾਲ ਕਰਾਂਗੇ ਅਤੇ ਹੁਣ ਤੱਕ ਜੋ ਕੁਝ ਉਹਨਾਂ ਨੇ ਬੋਡੀ ਬਿਲਡਿੰਗ ਅਤੇ ਫਿਟਨੈਸ ਦੀ ਦੁਨੀਆ ਦੇ ਵਿੱਚ ਅਚੀਵ ਕੀਤਾ ਉਸ ਬਾਰੇ ਵੀ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ। ਪੁਨੀਤ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਸਾਡੇ ਪ੍ਰੋਗਰਾਮ ਅਤੇ ਸਾਡੇ ਚੈਨਲ। ਸਤਿ ਸ੍ਰੀ ਅਕਾਲ ਜੀ ਤੁਹਾਨੂੰ, ਤੇ ਜੀ ਆਇਆਂ ਨੂੰ। ਤੁਸੀਂ ਟੈਂਕਸ ਜਿਮ 'ਚ ਅੱਜ ਆਏ ਹੋ, ਬਹੁਤ ਖੁਸ਼ੀ ਹੋਈ ਜੀ। ਭਾਜੀ, ਜੇਕਰ ਅੱਜ ਕੱਲ੍ਹ ਫਿਟਨੈਸ ਦੀ ਗੱਲ ਕਰੀਏ, ਹਰ ਕੋਈ ਫਿਟ ਵੀ ਰਹਿਣਾ ਚਾਹੁੰਦਾ, ਪਰ ਕਿਤੇ ਨਾ ਕਿਤੇ ਕਿਹਾ ਜਾਂਦਾ ਕਿ ਪੇਸ਼ੈਂਸ ਤੁਹਾਨੂੰ ਬਹੁਤ ਰੱਖਣਾ ਚਾਹੀਦਾ, ਕਿਉਂਕਿ ਐਕਸਰਸਾਈਜ਼ ਇੱਕ ਅਜਿਹੀ ਚੀਜ਼ ਆ ਜ਼ਿੰਦਗੀ ਦੇ ਵਿੱਚ ਕਿ 2 ਮਹੀਨੇ 3 ਮਹੀਨਿਆਂ ਦੇ ਵਿੱਚ ਕੁਝ ਨਹੀਂ ਮਿਲਦਾ। ਪਰ ਕਈ ਲੋਕ ਨੇ, ਮੁੰਡੇ ਵੀ ਨੇ ਕੁੜੀਆਂ ਵੀ ਨੇ, ਇਹ ਸੱਚਾਈ ਵੀ ਹੈ ਕਿ ਸ਼ਾਰਟਕਟ ਬਹੁਤ ਅਪਣਾਉਣ ਲੱਗ ਗਏ। ਕੀ ਕਹਿਣਾ ਚਾਹੋਗੇ ਪਹਿਲੇ ਹੀ ਮੈਸੇਜ? ਕਿਉਂਕਿ ਸ਼ੁਰੂਆਤ ਦੇ ਵਿੱਚ ਮੈਂ ਇਹ ਵੀ ਕਹੂੰਗਾ ਤੁਹਾਨੂੰ ਕਿ ਸ਼ੁਰੂਆਤ ਦੇ ਵਿੱਚ ਤੁਸੀਂ ਇਹੀ ਦੱਸ ਦਿਓ ਕਿ ਆਖਿਰ ਉਹਨਾਂ ਮੁੰਡੇ ਤੇ ਕੁੜੀਆਂ ਨੂੰ ਜੋ ਸ਼ਾਰਟਕਟ ਨੇ, ਫਿਰ ਚਾਹੇ ਉਹ ਕ੍ਰੀਟੇਨ ਹੋ ਜਾਣ ਜਾਂ ਫਿਰ ਹੋਰ ਬੜੇ ਤਰ੍ਹਾਂ ਦੇ ਸਪਲੀਮੈਂਟਸ ਹੁੰਦੇ ਨੇ, ਉਹਨਾਂ ਦੇ ਲਈ ਕੀ ਕਹਿਣਾ ਚਾਹੁੰਦੇ? ਤੁਸੀਂ ਬਹੁਤ ਵਧੀਆ ਗੱਲ ਕਰੀ ਭਾਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ, ਜਿਹੜੀ ਕਿ ਮੈਂ ਵੀ ਅੱਜ ਕੱਲ੍ਹ ਬਹੁਤ ਜ਼ਿਆਦਾ ਦੇਖਦਾ। ਬੋਡੀ ਬਿਲਡਿੰਗ ਦਾ ਸਭ ਨੂੰ ਸ਼ੌਕ ਹੈ, ਹਰੇਕ ਬੰਦਾ ਉਸ ਸਟੇਜ 'ਤੇ ਜਾਣਾ ਚਾਹੁੰਦਾ ਹੈ, ਉਹ ਮੁਕਾਮ ਹਾਸਲ ਕਰਨਾ ਚਾਹੁੰਦਾ ਹੈ, ਲਾਈਮਲਾਈਟ ਦੇ ਵਿੱਚ ਆਉਣਾ ਚਾਹੁੰਦਾ ਹੈ। ਉਹ ਗਲੈਮਰ ਪਾਰਟ ਦੇਖਦਾ ਹੈ ਬੋਡੀ ਬਿਲਡਿੰਗ ਦਾ, ਉਹ ਉਹਦੀ ਮਿਹਨਤ, ਉਹਦੀ ਸਾਲਾਂ ਦੀ ਤਪੱਸਿਆ ਉਹ ਨਹੀਂ ਦੇਖਦਾ। ਤੇ ਮਿਹਨਤ ਕਰਨ ਨੂੰ ਲੋਕੀ ਇੰਨੇ ਤਿਆਰ ਨਹੀਂ ਹੁੰਦੇ। ਐਵਰੀਬਡੀ ਵਾਂਟਸ ਟੂ ਸੀ ਦ ਲਾਈਮਲਾਈਟ ਆਫ ਦ ਥਿੰਗ, ਬਟ ਇਹ ਨਹੀਂ ਪਤਾ ਉਹਦੇ ਪਿੱਛੇ ਕਿੰਨੀ ਕੁ ਮਿਹਨਤ ਹੈ, ਕਿੰਨੀ ਕੁ ਸ਼ਿੱਦਤ ਹੈ, ਔਰ ਕਿੰਨੇ ਸਾਲ ਲੱਗਦੇ ਨੇ ਤੁਹਾਨੂੰ ਉਹ ਮਿਹਨਤ ਕਰਕੇ ਉਸ ਮੁਕਾਮ ਤੱਕ ਆਪਣੇ ਸਰੀਰ ਨੂੰ ਬਣਾਉਣਾ ਤੇ ਉਹਨੂੰ ਰਿਪਰੈਜ਼ੈਂਟ ਕਰਨਾ ਆਪਣੇ ਦੇਸ਼ ਨੂੰ। ਤੇ ਇਸ ਕਰਕੇ ਇਹ ਬੜਾ ਦੁੱਖ ਹੁੰਦਾ ਮੈਨੂੰ ਵੀ। ਕਈ ਮੇਰੇ ਕੋਲ ਆਉਂਦੇ ਨੇ ਕਿ ਭਾਜੀ ਅਸੀਂ 6 ਮਹੀਨੇ ਸਾਲ
ਆਪਾਂ ਕੰਪੀਟੀਸ਼ਨ ਖੇਡਣਾ ਚਾਹੁੰਦੇ ਹਾਂ ਤੇ ਜਿੱਤਣਾ ਚਾਹੁੰਦੇ ਹਾਂ ਵੱਡੇ ਸ਼ੋਅ, ਉਹ ਐਦਾਂ ਨਹੀਂ ਹੁੰਦਾ। ਤੇ ਕੋਈ ਵੀ ਸ਼ਾਰਟਕਟਸ ਨਾ ਅਪਣਾਓ, ਬਿਕੋਜ਼ ਸ਼ਾਰਟਕਟ ਅਪਣਾ ਕੇ ਵੀ ਤੁਸੀਂ ਉੱਥੇ ਪਹੁੰਚੋਗੇ ਨਹੀਂ। ਤੁਸੀਂ ਆਪਣੇ ਸਰੀਰ ਨੂੰ ਖਰਾਬ ਕਰ ਲਓਗੇ, ਕੋਈ ਨਾ ਕੋਈ ਬਿਮਾਰੀ ਲਾ ਲਓਗੇ ਇਹੋ ਜਿਹੀ ਕਿ ਜਿਹੜੀ ਉਹਦੀ ਠੀਕ ਨਹੀਂ ਹੋਊਗੀ। ਔਰ ਖਿਲਵਾੜ ਕਰ ਰਹੇ ਹੋ ਤੁਸੀਂ ਗੇਮ ਨਾਲ, ਗੇਮ ਦਾ ਵੀ ਮਜ਼ਾਕ ਉਡਾ ਰਹੇ ਹੋ ਔਰ ਆਪਣੇ ਸਰੀਰ ਨਾਲ ਵੀ ਖਿਲਵਾੜ ਕਰ ਰਹੇ ਹੋ, ਤੇ ਇਹ ਬੜੀ ਗਲਤ ਗੱਲ ਹੈ। ਉਹ ਕਹਿੰਦੇ ਨੇ ਕਿ ਵੀ ਇੰਗਲਿਸ਼ ਦੀ ਕਹਾਵਤ ਹੈ, ਦ ਰੋਮ ਵਾਜ਼ਨਟ ਬਿਲਟ ਇਨ ਅ ਡੇ। ਇੱਕ ਦਿਨ 'ਚ ਰੋਮ ਨਹੀਂ ਬਣ ਗਿਆ ਸੀਗਾ, ਤੇ ਇੱਕ ਦਿਨ 'ਚ ਬੋਡੀ ਬਿਲਡਿੰਗ ਨਹੀਂ ਹੁੰਦੀ, ਇੱਕ ਦਿਨ ਸਰੀਰ ਨਹੀਂ ਬਣਦਾ, ਤੇ ਇਹਨੂੰ ਕਈ ਸਾਲ ਲੱਗ ਜਾਂਦੇ ਨੇ। ਤੇ ਜੇ ਤੁਸੀਂ ਆਪਣੇ ਅੰਦਰ ਦੇਖੋ, ਕਿਆ ਤੁਸੀਂ ਇੱਕ ਹਾਰਡ ਵਰਕਿੰਗ ਬੰਦੇ ਇਨਸਾਨ ਹੈਗੇ ਹੋ ਬਾਈ ਨੇਚਰ? ਜੇ ਤੁਸੀਂ ਨਹੀਂ ਹੋ ਦੈਨ ਦਿਸ ਗੇਮ ਇਜ਼ ਨਾਟ ਮੈਂਟ ਫॉर ਯੂ। ਫਿਰ ਤੁਸੀਂ ਇਸ ਗੇਮ ਲਈ ਤੁਸੀਂ ਨਹੀਂ ਬਣੇ ਹੋ। ਤੁਸੀਂ ਕੁਝ ਹੋਰ ਕਹਿ ਲਓ, ਤੁਹਾਨੂੰ ਪਸੰਦ ਹੈ ਲੇਕਿਨ ਤੁਸੀਂ ਉਹ ਕਰ ਨਹੀਂ ਸਕਦੇ। ਇਹ ਤੁਹਾਨੂੰ ਇੱਕ ਅੱਛਾ ਕੋਚ ਤੁਹਾਨੂੰ ਦੱਸੂਗਾ। ਮੇਰੇ ਕੋਲ ਕੋਈ ਵੀ ਸਟੂਡੈਂਟ ਆਉਂਦਾ ਹੈ ਕਿ ਸਰ ਮੈਂ ਇੱਦਾਂ ਕਰਨਾ, ਮੈਂ ਉਹਨੂੰ ਪਹਿਲਾਂ 2 ਮਹੀਨੇ ਦਿੰਦਾ ਕਿ 2 ਮਹੀਨੇ ਤੁਸੀਂ ਟ੍ਰੇਨ ਕਰੋ, ਦੇਖੋ, ਫਿਰ ਮੈਂ ਦੱਸਾਂਗਾ ਕਿ ਤੁਹਾਡੇ ਵਿੱਚ ਉਹ ਗੱਲ ਹੈ, ਉਹ ਚੀਜ਼ ਅਚੀਵ ਕਰਨ ਦੀ ਕਿ ਨਹੀਂ ਹੈ। ਭਾਜੀ ਤੁਸੀਂ ਹਾਰਡ ਵਰਕਿੰਗ ਦਾ ਜ਼ਿਕਰ ਕੀਤਾ, ਸਟਰਗਲ ਦਾ ਜ਼ਿਕਰ ਕੀਤਾ, ਪੇਸ਼ੈਂਸ ਦਾ ਵੀ ਜ਼ਿਕਰ ਆ ਜਾਂਦਾ ਜਦੋਂ ਫਿਟਨੈਸ ਜਾਂ ਫਿਰ ਬੋਡੀ ਬਿਲਡਿੰਗ ਦੀ ਗੱਲ ਹੁੰਦੀ ਆ। ਬਟ ਇਹ ਵੀ ਬੜੀ ਵਾਰ ਕਿਹਾ ਜਾਂਦਾ ਹੈ ਕਿ ਬੋਡੀ ਬਿਲਡਿੰਗ, ਜਿਮਿੰਗ ਜਾਂ ਫਿਰ ਫਿਟਨੈਸ ਸਿਰਫ ਇੱਕ ਗੇਮ ਨਹੀਂ, ਇੱਕ ਤਪੱਸਿਆ। ਕਿੰਨੀ ਕੁ ਤਪੱਸਿਆ ਤੁਸੀਂ ਕੀਤੀ ਆ ਅਤੇ ਕਿੰਨੇ ਕੁ ਸਾਲ ਹੋ ਗਏ ਜਿਹੜਾ ਮੁਕਾਮ ਤੁਸੀਂ ਅੱਜ ਹਾਸਿਲ ਕੀਤਾ? ਦੇਖੋ ਭਾਜੀ, ਮੈਂ ਆਮ 40 ਪਲੱਸ ਨਾਓ। ਮੈਂ 13 ਸਾਲ ਦਾ ਹੋਵਾਂਗਾ 10ਵੀਂ 'ਚ। ਜਦੋਂ 10ਵੀਂ ਵਿੱਚ ਵੀ ਨਹੀਂ ਸੀਗਾ, ਵੈਸੇ ਮੈਂ 9ਵੀਂ 8ਵੀਂ 'ਚ ਹੀ ਸੀਗਾ ਜਦੋਂ ਮੈਂ ਸ਼ੁਰੂ ਕਰਤੀ ਸੀ। ਤੇ ਫਿਰ ਮੈਂ ਪ੍ਰੋਮਿਸ ਕੀਤਾ ਸੀਗਾ ਜੀ ਘਰਦਿਆਂ ਨੂੰ ਕਿ ਵੀ ਮੈਂ 12ਵੀਂ 'ਚ ਚੰਗੇ ਨੰਬਰ ਜਦੋਂ ਮੇਰੇ ਆ ਜਾਣਗੇ ਤਾਂ ਤੁਸੀਂ ਮੈਨੂੰ ਜਿਮ ਜਾਣ ਦੋਗੇ। ਉਦੋਂ ਜਿਮ ਕਲਚਰ ਇੰਨਾ ਨਹੀਂ ਹੁੰਦਾ ਸੀਗਾ ਜਿਵੇਂ ਹੁਣ ਹੋ ਗਿਆ, ਜਿਹੜਾ ਕਿ ਬਹੁਤ ਖੂਬਸੂਰਤ ਗੱਲ ਹੈ। ਮੈਨੂੰ ਬੜੀ ਖੁਸ਼ੀ ਹੁੰਦੀ ਹੈ ਦੇਖ ਕੇ ਕਿ ਵੀ ਹੁਣ ਸੈਕਟਰਾਂ 'ਚ 10-10 ਜਿਮ ਨੇ। ਤੇ ਹੁਣ ਜਿਮ ਜਾਣ ਦਾ ਮਤਲਬ ਇਹ ਨਹੀਂ, ਸਾਡੇ ਟਾਈਮ ਤੇ ਜਿਮ ਜਾਣ ਦਾ ਮਤਲਬ ਹੁੰਦਾ ਸੀ ਕੋਈ ਬੋਡੀ ਬਿਲਡਰ ਭਲਵਾਨ ਜਾਂਦੇ ਸੀਗੇ। ਹੁਣ ਜਿਮ ਆਂਟੀਆਂ ਵੀ ਜਾਂਦੀਆਂ, ਭੈਣਾਂ ਵੀ ਸਾਡੀਆਂ ਜਾਂਦੀਆਂ, ਮੇਰੀ ਮੰਮੀ ਵੀ ਜਾਂਦੀ ਹੈ, ਨਾਨੀ ਵੀ ਜਾਂਦੀ ਹੈ, ਹਰ ਇੱਕ ਬੰਦਾ ਜਾਂਦਾ, ਜਿਹੜੀ ਕਿ ਬਹੁਤ ਅੱਛੀ ਗੱਲ ਹੈ। ਬਟ ਜਿਵੇਂ ਤੁਸੀਂ ਕਿਹਾ ਕਿ ਡੈਫੀਨੇਟਲੀ ਬਹੁਤ ਸਟਰਗਲ ਹੈ। ਮੈਨੂੰ 26 ਸਾਲ ਹੋ ਗਏ ਨੇ ਲਿਫਟਿੰਗ ਕਰਦੇ। ਤੇ ਅਗੇਨ ਮੈਂ ਉਹੀ ਐਗਜ਼ਾਮਪਲ ਦਊਂਗਾ, ਦ ਰੋਮ ਵਾਜ਼ਨਟ ਬਿਲਟ ਇਨ ਅ ਡੇ। ਇੱਕ ਦਿਨ ਨਹੀਂ ਲੱਗ ਜਾਂਦਾ, 26 ਸਾਲ ਦੀ ਮਿਹਨਤ ਹੈ। ਹੁਣ ਮੈਨੂੰ ਕੋਈ ਆ ਕੇ ਕਹੇ ਕਿ ਭਾਈ ਤੁਹਾਡੇ ਵਰਗਾ ਬਣਨਾ ਹੈ, ਵੀ ਜੋੜਾ ਤੁਸੀਂ ਤਾਂ ਇੰਨੀ ਐਸ਼ ਕੀਤੀ ਹੈ ਜੀ, ਇੰਨੇ ਫੋਟੋ ਸ਼ੂਟਸ ਹੋਏ ਨੇ, ਇੰਨੇ ਦੁਨੀਆ ਕੰਟਰੀਆਂ ਫਰੀ 'ਚ ਘੁੰਮਦੇ ਹੋ ਤੁਸੀਂ, ਹੈ ਨਾ, ਲੋਕੀ ਤੁਹਾਨੂੰ ਸਪੋਂਸਰ ਕਰਦੇ ਨੇ ਇਹ ਉਹ। ਬਟ ਉਹ ਇਹ ਨਹੀਂ ਦੇਖਦੇ ਕਿ ਵੀ ਮੈਨੂੰ 26 ਸਾਲ ਹੋ ਗਏ ਨੇ। ਕਾਕਾ ਤੁਹਾਡੀ 26 ਸਾਲ ਦੀ ਉਮਰ ਵੀ ਨਹੀਂ ਹੈ ਅਜੇ, ਮੈਨੂੰ ਇੰਨੇ ਸਾਲ ਹੋ ਗਏ ਨੇ ਔਰ ਹਜੇ ਵੀ ਮੇਰੇ ਹੱਥਾਂ ਦੀ ਲਕੀਰਾਂ ਮਿਟ ਗਈਆਂ ਲੋਹਾ ਚੱਕ ਚੱਕ ਕੇ। ਤੇ ਕਹਿਣ ਦਾ ਮਤਲਬ ਇਹ ਕਿ ਵੀ ਇਹ ਮੈਂ ਇਹ ਨਹੀਂ ਕਹਿ ਰਿਹਾ ਕਿ ਵੀ ਤਪੱਸਿਆ ਇਨ ਅ ਵੇ ਤਪੱਸਿਆ ਹੁੰਦੀ ਹੈ, ਬਟ ਮੈਨੂੰ ਇਹ ਤਪੱਸਿਆ ਪਸੰਦ ਹੈ। ਆਈ ਵੋਂਟ ਹੈਵ ਇਟ ਐਨੀ ਅਦਰ ਵੇ। ਜਿਵੇਂ ਕਿ ਵੀ ਮੈਨੂੰ ਇਹ ਲਾਈਫ ਹੀ ਇਹ ਪਸੰਦ ਹੈ। ਜੇ ਮੈਨੂੰ ਕੋਈ ਕਹੇ ਕਿ ਵੀ ਰਾਤ ਨੂੰ ਤੁਸੀਂ ਕਲੱਬਾਂ 'ਚ ਜਾਓ, ਡਰਿੰਕ ਕਰੋ, ਤਾਂ ਮੇਰੇ ਤੋਂ ਉਹ ਨਹੀਂ ਹੁੰਦਾ, ਬੜਾ ਔਖਾ ਹੁੰਦਾ। 1-2 ਵਾਰੀ ਵੀ ਕਰਨਾ ਪੈਂਦਾ, ਤਾਂ ਮੈਨੂੰ ਸਮਝ ਨਹੀਂ ਆਉਂਦੀ ਲੋਕੀ ਕਿੱਦਾਂ ਕਰ ਲੈਂਦੇ ਨੇ। ਮੈਨੂੰ ਤਾਂ 9 ਵਜੇ ਬਲੈਕਆਊਟ ਹੋ ਜਾਂਦਾ, ਤੇ ਮੈਨੂੰ ਤਾਂ ਬਿਸਤਰਾ ਦਿਖ ਰਿਹਾ ਹੁੰਦਾ, ਸੋਣਾ ਹੁੰਦਾ, ਮੈਂ 5 ਵਜੇ ਉੱਠਣਾ, ਕਿਉਂਕਿ ਉਹ ਇੰਨਾ ਜ਼ਿਆਦਾ ਰੂਟੀਨ ਮੇਰਾ ਇਹ ਬਣ ਗਿਆ। ਤੇ ਚੀਜ਼ਾਂ ਮੇਰੇ ਤੋਂ ਖਾ ਪੀ ਨਹੀਂ ਹੁੰਦੀਆਂ ਜਿਹੜੀਆਂ ਇੱਦਾਂ ਹੁੰਦੀਆਂ, ਜੰਕ ਫੂਡ ਵਗੈਰਾ ਜਾਂ ਐਲਕੋਹਲ ਵਗੈਰਾ ਮੇਰੇ ਤੋਂ ਨਹੀਂ ਖਾ ਪੀ ਹੁੰਦੀਆਂ ਇੰਨੀਆਂ। ਤੇ ਬਟ ਇਹੀ ਹੈ ਕਿ ਵੀ ਉਹ ਬੰਦਾ ਇੰਨਾ ਗਿੱਝ ਜਾਂਦਾ, ਇੰਨਾ ਯੂਜ਼ਡ ਟੂ ਇਟ ਹੋ ਜਾਂਦਾ, ਇੰਨਾ ਉਸੀ ਵਾਤਾਵਰਨ ਦੇ ਵਿੱਚ ਉਹ ਹੋ ਜਾਂਦਾ, ਹੋਰ ਇਹਨੂੰ ਕੋਈ ਲਾਈਫ ਜੀਣੀ ਨਹੀਂ ਆਉਂਦੀ। ਤੁਸੀਂ ਇਹ ਜ਼ਿਕਰ ਕੀਤਾ ਕਿ ਜਦੋਂ ਮੈਂ 9th ਦੇ ਵਿੱਚ ਸੀ, ਮੈਂ ਆਪਣੇ ਮਾਪਿਆਂ ਪੇਰੈਂਟਸ ਨੂੰ ਕਿਹਾ ਕਿ 12ਵੀਂ ਦੇ ਵਿੱਚ ਚੰਗੇ ਨੰਬਰ ਆਉਣਗੇ, ਉਸ ਤੋਂ ਬਾਅਦ ਜਿਮ ਕਰਵਾਉਂਗੇ। ਨੰਬਰ ਚੰਗੇ ਆ ਗਏ ਸੀ ਪਹਿਲਾਂ? ਹਾਂ ਭਾਜੀ, ਮੈਂ ਬੜੇ ਮਾਣ ਨਾਲ ਆਪਣੇ ਆਪ ਨੂੰ ਇਹ ਗੱਲ ਹਮੇਸ਼ਾ ਕਹਿੰਦਾ ਹੁੰਦਾ ਕਿ ਆਈ ਮਸਟ ਬੀ ਅਮੰਗਸਟ ਵੈਰੀ ਫਿਊ ਬੋਡੀ ਬਿਲਡਰਸ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਅੱਛੇ ਬੋਡੀ ਬਿਲਡਰਸ ਨੇ। ਜਿਹੜਾ ਕਿ ਮੈਂ ਬੜਾ ਚੰਗਾ ਸੀ ਪੜ੍ਹਾਈ ਦੇ ਵਿੱਚ, ਤੇ ਮੈਂ ਪੈਕ ਤੋਂ ਇੰਜੀਨੀਅਰਿੰਗ ਕੀਤੀ ਹੈ। ਮੈਂ +1 +2 ਵਿੱਚ ਹੀ ਟੌਪ ਕੀਤਾ ਸੀਗਾ ਟਰਾਈ ਸਿਟੀ 'ਚ। ਤੇ ਉਹਦੇ ਬਾਅਦ ਮੈਂ ਪੈਕ 'ਚ ਵੀ ਐਡਮਿਸ਼ਨ ਲਿੱਤੀ, ਜਿਹੜੀ ਕਿ ਨਹੀਂ ਮਿਲਦੀ ਹੈ ਪੰਜਾਬ ਇੰਜੀਨੀਅਰਿੰਗ ਕਾਲਜ ਸਾਡੇ। ਉੱਥੇ ਵੀ ਮੈਂ ਸਕੋਲਰਸ਼ਿਪ 'ਚ ਮੈਨੂੰ ਐਡਮਿਸ਼ਨ ਮਿਲੀ ਸੀਗੀ, ਤੇ ਮੈਂ ਇੰਜੀਨੀਅਰਿੰਗ ਉੱਥੋਂ ਮਤਲਬ ਆਪਣੀ ਪਰਸੂ ਕੀਤੀ ਸੀਗੀ। ਤੇ ਮੈਂ ਬਹੁਤ ਜ਼ਿਆਦਾ ਵਧੀਆ ਸੀ, ਇਨਫੈਕਟ ਮੈਂ ਕਹਿ ਲਓ ਵੀ ਆਪਣੇ ਸ਼ਹਿਰ ਦੇ ਵਿੱਚ ਆਪਣੇ ਟੌਪ 10 'ਚ ਆ ਗਿਆ ਸੀਗਾ। ਤੁਸੀਂ ਕਈ ਹੁੰਦਾ ਕਿ ਬੋਡੀ ਬਿਲਡਰ ਬਹੁਤ ਦੇਖਦੇ ਹੋ, ਤੁਸੀਂ ਵੀ ਇਹੀ ਜ਼ਿਕਰ ਕੀਤਾ ਕਿ ਬਹੁਤ ਘੱਟ ਹੋਣਗੇ ਜਿਹੜੇ ਹੁਸ਼ਿਆਰ ਸੀ ਪੜ੍ਹਾਈ ਦੇ ਵਿੱਚ ਤੇ ਨਾਲ ਬੋਡੀ ਬਿਲਡਿੰਗ। ਕਦੇ ਫਿਰ ਪੇਰੈਂਟਸ ਨੇ ਇਹ ਨਹੀਂ ਸੀ ਕਿਹਾ ਕਿ ਤੁਸੀਂ ਪੜ੍ਹਾਈ ਦੇ ਵਿੱਚ ਇੰਨੇ ਇੰਟੈਲੀਜੈਂਟ ਹੋ, ਸਕੋਲਰਸ਼ਿਪ ਤੁਸੀਂ ਕਹਿ ਰਹੇ ਹੋ, ਪੈਕ ਦੇ ਵਿੱਚ ਐਡਮਿਸ਼ਨ ਤੁਸੀਂ ਲੈ ਲਈ, ਹੋਰ ਕੀ ਚਾਹੀਦਾ ਸੀ? ਇੱਕ ਬ੍ਰਾਈਟ ਫਿਊਚਰ ਜੇਕਰ ਪੇਰੈਂਟਸ ਜਾਂ ਫਿਰ ਸਟੂਡੈਂਟ ਵੀ ਦੇਖੇ ਵੀ ਤੂੰ ਬੋਡੀ ਬਿਲਡਿੰਗ ਵੱਲ ਕਿਉਂ ਜਾ ਰਿਹਾ, ਤੂੰ ਪੜ੍ਹਾਈ ਵਾਲੇ ਰਹਿ। ਹਾਂ, ਇਹਦਾ ਤਾਂ ਮੈਂ ਹਮੇਸ਼ਾ ਇਹਦਾ ਆਨਸਰ ਦਿੰਦਾ ਰਹਿਣਾ। ਤੇ ਇਹਦਾ ਇਹੀ ਹੈ ਕਿ ਵੀ ਮੇਰਾ ਬਹੁਤ ਵੱਡਾ ਸ਼੍ਰੇ ਮੇਰੀ ਜ਼ਿੰਦਗੀ ਦੇ ਵਿੱਚ, ਮੇਰੀ ਬੋਡੀ ਬਿਲਡਿੰਗ ਜੇ ਮੈਂ ਖੜਿਆ ਉਹਦੇ ਵਿੱਚ, ਮੈਂ ਐਂ ਕਹਾਂਗਾ ਕਿ ਵੀ ਮੇਰਾ ਸ਼ਾਇਦ 10-15% ਯੋਗਦਾਨ ਹੈ। ਮੇਰਾ 80% ਯੋਗਦਾਨ ਮੇਰੀ ਮਾਂ ਦਾ। ਮੇਰੀ ਮਦਰ ਨੇ ਮੈਨੂੰ ਬਹੁਤ ਜ਼ਿਆਦਾ ਜ਼ਿੰਦਗੀ ਸਪੋਰਟ ਕੀਤਾ ਜੀ, ਹੁਣ ਵੀ ਕਰਦੇ ਨੇ ਉਹ ਤਾਂ। ਤੇ ਉਹਨਾਂ ਨੂੰ ਬਹੁਤ ਜ਼ਿਆਦਾ ਸ਼ੌਕ ਸੀਗਾ ਤੇ ਮੇਰੇ ਤੇ ਬਹੁਤ ਵਿਸ਼ਵਾਸ ਸੀਗਾ ਹਰ ਚੀਜ਼ ਜੋ ਵੀ ਮੈਂ ਕੀਤੀ ਹੈ।
ਤੇ ਉਹਨਾਂ ਨੂੰ ਪਤਾ ਸੀਗਾ ਜੇ ਇਹ ਪੜ੍ਹਾਈ 'ਚ ਇੰਨਾ ਚੰਗਾ ਹੈ, ਕਿਉਂਕਿ ਇੱਕ ਇਹ ਵੀ ਹੁੰਦਾ ਕਿ ਤੁਸੀਂ ਆਪਣੇ ਪੇਰੈਂਟਸ ਦਾ ਜਿਹੜਾ ਟਰਸਟ ਹੁੰਦਾ ਤੁਸੀਂ ਜਿੱਤਦੇ ਹੋ। ਉਹਨਾਂ ਨੂੰ ਪਤਾ ਹੈ ਕਿ ਵੀ ਇਹ ਕੁਝ ਕਰਦਾ ਨਹੀਂ ਹੈ, ਹੋਰ ਕੁਝ ਇਹਨੇ ਗਲਤ ਨਹੀਂ ਕੰਮ ਕਰਨਾ, ਇਹ ਇੰਨੀ ਪੜ੍ਹਾਈ 'ਚ ਚੰਗਾ ਹੈ, ਇੰਨੀ ਮਿਹਨਤ ਕਰਦਾ ਹੈ, ਹੁਣ ਇਹਨੂੰ ਬੋਡੀ ਬਿਲਡਿੰਗ ਦਾ ਸ਼ੌਂਕ ਹੈ, ਇਹਨੂੰ ਕਰ ਲੈਣ ਦਿਓ ਜੋ ਕਰਨਾ ਜ਼ਿੰਦਗੀ 'ਚ। ਤੇ ਉਹਨਾਂ ਨੂੰ ਵੈਸੇ ਵੀ ਉਹਨਾਂ ਨੂੰ ਖੁਦ ਨੂੰ ਵੀ ਬਹੁਤ ਸ਼ੌਂਕ ਹੈ ਫਿਟਨੈਸ ਦਾ, ਤੇ ਉਹਨਾਂ ਨੇ ਮੈਨੂੰ ਕਦੀ ਨਹੀਂ ਰੋਕਿਆ। ਉਹ ਕਹਿੰਦੇ ਵੀ ਜੋ ਕਰਨਾ ਕਰ, ਬਸ ਮਨ ਲਾ ਕੇ ਕਰ। ਤੇ ਮੈਂ ਮਨ ਲਾ ਕੇ ਕੀਤਾ ਸੀ, ਤੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਵੀ ਮੈਂ ਇੰਜੀਨੀਅਰਿੰਗ ਕਰਕੇ ਵੀ ਜੋ ਮੈਂ ਬੋਡੀ ਬਿਲਡਿੰਗ ਦੇ ਵਿੱਚ ਮਕਾਮ ਬਣਾਇਆ, ਲੋਕਾਂ ਦਾ ਪਿਆਰ ਲਿੱਤਾ ਹੈ ਜੀ। ਇੱਥੇ ਪੰਜਾਬ 'ਚ ਬਹੁਤ ਜ਼ਿਆਦਾ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਹੈ, ਟੈਂਕ ਨਾਮ ਵੀ ਲੋਕਾਂ ਨੇ ਦਿੱਤਾ ਹੈ ਮੈਨੂੰ, ਤੇ ਆਈ ਐਮ ਵੈਰੀ ਪ੍ਰਾਊਡ ਆਫ ਦੈਟ। ਐਂਡ ਮੈਨੂੰ ਇਹ ਲੱਗਦਾ ਮੈਂ ਇੰਜੀਨੀਅਰਿੰਗ ਕਰਕੇ ਕੋਈ ਜੌਬ ਕਰਦਾ, ਆਈ ਵੁੱਡ ਹੈਵ ਬੀਨ ਜਸਟ ਅ ਨੋਰਮਲ ਗਾਏ, ਹੈ ਨਾ। ਵਿਦ ਡਿਊ ਰਿਸਪੈਕਟ, ਸਾਰੇ ਜਿਹੜੇ ਕਰ ਰਹੇ ਨੇ ਉਹ ਵੀ ਬਹੁਤ ਵਧੀਆ ਨੇ ਜੀ, ਇੰਜੀਨੀਅਰ ਵੀ ਚਾਹੀਦੇ ਨੇ ਦੁਨੀਆ 'ਚ, ਬਟ ਮੈਂ ਕੁਛ ਲਹਿਦਾ ਕੀਤਾ ਔਰ ਆਪਣੇ ਮਨ ਦਾ ਪਸੰਦ ਕੰਮ ਕੀਤਾ। ਹੁਣ ਮੈਂ ਜਿਮਸ ਖੋਲ ਰਿਹਾ ਟਰਾਈ ਸਿਟੀ 'ਚ, ਅਸੀਂ 3-4 ਜਿਮਸ ਖੋਲ ਰਹੇ ਹਾਂ, ਪੰਜਾਬ 'ਚ ਖੋਲ ਰਹੇ ਹਾਂ, ਫਿਰ ਆਲ ਅਕਰੋਸ ਦਾ ਇੰਡੀਆ ਸਾਡਾ ਟੈਂਕਸ ਜਿਮ ਦੀ ਫਰੈਂਚਾਈਜ਼ੀਜ਼ ਆਪਾਂ ਖੋਲ ਰਹੇ ਹਾਂ। ਤੇ ਆਈ ਐਮ ਵੈਰੀ ਪ੍ਰਾਊਡ ਕਿ ਮੈਂ ਉਹ ਕੰਮ ਕਰ ਰਿਹਾ ਕਿ ਜਿਹੜਾ ਨਾਮ ਮੈਨੂੰ ਲੋਕਾਂ ਨੇ ਦਿੱਤਾ ਹੋਇਆ ਹੈ, ਔਰ ਕੰਮ ਮੈਂ ਉਹ ਕਰ ਰਿਹਾ, ਮੈਨੂੰ ਕੰਮ ਲੱਗਦਾ ਨਹੀਂ ਹੈ। ਮੈਂ ਨਿੱਕਰ ਪਾ ਕੇ ਜੀ ਦੇਖੋ ਆਨਾ ਇੱਥੇ, ਤੇ ਸਾਰਾ ਦਿਨ ਮੇਰਾ ਇਹੀ ਜਿਹੜਾ ਮੇਰਾ ਸ਼ੌਂਕ ਰਿਹਾ ਹੈ ਜ਼ਿੰਦਗੀ 'ਚ, ਉਹ ਮੇਰਾ ਕੰਮ ਹੈ। ਇਹ ਵੀ ਮੈਨੂੰ ਲੱਗਦਾ ਬਹੁਤ ਵੱਖਰਾ, ਤੁਸੀਂ ਜਿਸ ਤਰ੍ਹਾਂ ਜ਼ਿਕਰ ਵੀ ਕੀਤਾ ਕਿ ਮੈਂ ਆਪਣੀ ਐਗਜ਼ਾਮਪਲ ਲੈ ਲਾਂ, ਜਾਂ ਫਿਰ ਬਹੁਤ ਸਾਰੇ ਲੋਕ ਨੇ ਜਿਹੜੇ ਸਵੇਰੇ ਤਿਆਰ ਹੋ ਕੇ ਆਫਿਸ ਲਈ ਨਿਕਲ ਜਾਂਦੇ ਨੇ, ਇੱਕ ਤੁਹਾਡਾ ਪ੍ਰੋਫੈਸ਼ਨ ਇੱਦਾਂ ਕਿ ਆਰਾਮ ਨਾਲ ਰਿਲੈਕਸ ਹੋ ਕੇ ਤੁਸੀਂ ਆ ਜਾਂਦੇ ਹੋ। ਬਿਲਕੁਲ ਰਿਲੈਕਸ ਹੋ ਕੇ ਆਨਾ, ਔਰ ਨਾਲੇ ਸਭ ਤੋਂ ਵੱਡੀ ਗੱਲ, ਮੈਂ ਉੱਥੇ ਜਾਣਾ, ਸ਼ਾਇਦ ਮੈਂ ਕਹਾਂਗਾ ਵੀ ਬਹੁਤ ਜ਼ਿਆਦਾ ਲੋਕਾਂ ਨੂੰ ਤੁਸੀਂ ਪੁੱਛੋਗੇ, ਉਹ ਟਾਈ ਲਾ ਕੇ ਜਦੋਂ ਕੰਮ ਤੇ ਜਾਂਦੇ ਨੇ ਸਵੇਰੇ, ਉਹ ਪਸੰਦ ਨਹੀਂ ਕਰਦੇ। ਉਹ ਮੰਡੇ ਨੂੰ ਐਂ ਕਹਿੰਦੇ ਨੇ ਯਾਰ ਕੰਮ ਆ ਗਿਆ, ਮੰਡੇ ਬਲੂਜ਼ ਕਹਿੰਦੇ ਨੇ ਕਿ ਵੀ ਪਤਾ ਨਹੀਂ ਮੈਂ ਕੰਮ ਤੇ ਜਾਣਾ ਹੈ, ਉਹਨਾਂ ਨੂੰ ਚੰਗਾ ਨਹੀਂ ਲੱਗ ਰਿਹਾ ਹੁੰਦਾ। ਮੈਂ ਬਹੁਤ ਜ਼ਿਆਦਾ ਈਗਰ ਹੁੰਨਾ, ਕਿਉਂਕਿ ਮੇਰਾ ਇਹ ਕੰਮ ਹੈ, ਕੰਮ ਬਾਅਦ 'ਚ ਹੈ, ਇਹ ਤਾਂ ਮੇਰਾ ਧਰਮ ਹੈ, ਔਰ ਇਹ ਮੇਰਾ ਜ਼ਿੰਦਗੀ ਦਾ ਇੱਕ ਡਰੀਮ ਹੈ। ਦਿਸ ਇਜ਼ ਮਾਈ ਪੈਸ਼ਨ, ਜਿੱਥੇ ਮੈਂ ਜਾਣਾ। ਤੇ ਸੋ ਇਫ ਦ ਪੈਸ਼ਨ ਬਿਕਮਸ ਯੋਰ ਵਰਕ, ਨਥਿੰਗ ਲਾਈਕ ਦੈਟ। ਕਹਿੰਦੇ ਕਿ ਵੀ ਇਸ ਤੋਂ ਜ਼ਿਆਦਾ ਮੈਨੂੰ ਪ੍ਰਮਾਤਮਾ ਨੇ ਇੰਨੀ ਬਖਸ਼ਿਸ਼ ਦਿੱਤੀ ਹੈ ਕਿ ਮੇਰਾ ਜਿਹੜਾ ਪੈਸ਼ਨ ਸੀਗਾ ਉਹੀ ਮੇਰਾ ਪੇਸ਼ਾ ਹੈ, ਉੱਥੋਂ ਮੈਂ ਪੈਸੇ ਵੀ ਕਮਾਉਣਾ, ਔਰ ਉਹੀ ਮੇਰਾ ਉੱਦਾਂ ਵੀ ਕੰਮ ਹੈ। ਭਾਈ ਤੁਸੀਂ ਆਪਣਾ ਜ਼ਿਕਰ ਕੀਤਾ ਹੈ ਨਾ, ਪੈਸ਼ਨ ਤੁਸੀਂ ਕਿਹਾ ਕਿ ਬਹੁਤ ਸਾਰਾ ਹੁੰਦਾ ਕਿ ਕਈ ਵਾਰ ਮਜਬੂਰਨ ਉਹ ਕੰਮ ਦੇ ਵਿੱਚ ਹੁੰਦੇ ਨੇ, ਬਟ ਉਸ ਦੇ ਵਿੱਚ ਦਿਲ ਨਹੀਂ ਹੁੰਦਾ। ਤੁਹਾਡਾ ਦਿਲ ਵੀ ਆ ਤੇ ਦਿਲ ਲੱਗਿਆ ਵੀ ਹੋਇਆ, ਤੇ ਬਹੁਤ ਵਧੀਆ ਤੁਹਾਨੂੰ ਲੋਕ ਹੁਣ ਜਾਣਦੇ ਵੀ ਨੇ ਅੱਜ ਕੱਲ੍ਹ। ਪਰ ਜਦੋਂ ਵੀ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਜਦੋਂ ਫਿਟਨੈਸ ਦੀ ਗੱਲ ਆਉਂਦੀ ਹੈ, ਜਿਸ ਪੁਨੀਤ ਸੰਧੂ ਜੀ ਜੋ ਕਿ ਸਾਡੇ ਨਾਲ ਲਗਾਤਾਰ ਆਪਣੀ ਜਰਨੀ ਦੇ ਬਾਰੇ ਵੀ ਗੱਲਾਂ ਬਾਤਾਂ ਕਰ ਰਹੇ ਨੇ, ਮਿਸਟਰ ਪੰਜਾਬ ਵੀ ਰਹਿ ਚੁੱਕੇ ਨੇ ਤੇ ਮਿਸਟਰ ਇੰਡੀਆ ਵੀ ਰਹਿ ਚੁੱਕੇ ਨੇ। ਮਿਸਟਰ ਇੰਡੀਆ ਤੁਸੀਂ ਰਹੇ, ਮਿਸਟਰ ਪੰਜਾਬ ਤੁਸੀਂ ਰਹੇ, ਖੂਬ ਨਾਮ ਜਿਹੜਾ ਬੋਡੀ ਬਿਲਡਿੰਗ ਅਤੇ ਫਿਟਨੈਸ ਦੇ ਵਿੱਚ ਚਮਕਾਇਆ, ਉਸ 'ਤੇ ਵੀ ਆਊਂਗਾ ਮੈਂ। ਬਟ ਪਹਿਲਾਂ ਡਾਈਟ ਦੀ ਗੱਲ ਕਰ ਲਾਂ, ਕਿਉਂਕਿ ਜਦੋਂ ਮੈਨੂੰ ਲੱਗਦਾ ਬੋਡੀ ਬਿਲਡਿੰਗ ਦੀ ਗੱਲ ਆਉਂਦੀ ਹੈ ਤਾਂ ਨਾਲ ਪ੍ਰੋਟੀਨ, ਕ੍ਰੇਟਿਨ, ਸਪਲੀਮੈਂਟਸ, ਸ਼ੇਕ ਵਗੈਰਾ ਬੜਾ ਕੁਛ ਜੁੜ ਜਾਂਦਾ। ਕੀ ਵਾਕਿਆ ਦੇ ਵਿੱਚ ਕੀ ਸੱਚਾਈ ਹੈ, ਜੇ ਸਿੰਪਲ ਅਤੇ ਸਿੱਧੇ ਸ਼ਬਦਾਂ ਦੇ ਵਿੱਚ ਤੁਸੀਂ ਦੱਸੋ? ਸਿੱਧੇ ਸ਼ਬਦਾਂ ਦੇ ਇਹੀ ਹੈ ਕਿ ਵੀ ਜਿਹੜਾ ਸਪਲੀਮੈਂਟ ਹੁੰਦਾ ਹੈ, ਉਹ ਇੱਕ ਸਪਲੀਮੈਂਟ, ਨਾਮ ਹੀ ਸਪਲੀਮੈਂਟ ਹੈ। ਸਪਲੀਮੈਂਟ ਦਾ ਮਤਲਬ ਇੱਕ ਐਕਸੈਸਰੀ। ਜਿਵੇਂ ਕਿ ਕੋਈ ਬਹੁਤ ਸੋਹਣਾ ਬੰਦਾ ਤਿਆਰ ਹੁੰਦਾ, ਉਹਦੇ ਬਾਅਦ ਚਸ਼ਮੇ ਲਾ ਲੈਂਦਾ ਹੈ, ਕੋਈ ਟੋਪੀ ਲਾ ਲਈ, ਕਿਸੇ ਨੇ ਮੁੰਦੀ ਪਾ ਲਈ, ਹੈ ਨਾ, ਉਹ ਸਾਰੀ ਚੀਜ਼ਾਂ ਵਧੀਆ ਨੇ, ਦੇ ਆਰ ਐਕਸੈਸਰੀਜ਼। ਬਟ ਜੇ ਤੁਸੀਂ ਇੱਕ ਅੱਛੇ ਪੈਂਟ ਕਮੀਜ਼ ਹੀ ਨਹੀਂ ਪਾਈ ਹੋਈ, ਨਹਾਤੇ ਧੋਤੇ ਨਹੀਂ ਹੋ ਵਧੀਆ, ਤੁਹਾਡੀ ਦਾੜੀ ਪੱਗ ਸੈੱਟ ਨਹੀਂ ਹੈ, ਤੇ ਫਿਰ ਉਹ ਚਸ਼ਮੇ ਦਾ ਵੀ ਕੀ ਫਾਇਦਾ। ਤੇ ਇਸ ਕਰਕੇ ਐਂ ਸਪਲੀਮੈਂਟ ਹੈ। ਜੇ ਤੁਹਾਡੀ ਰੀਅਲ ਓਰੀਜਨਲ ਡਾਈਟ ਅੱਛੀ ਨਹੀਂ ਹੈ ਤਾਂ ਫਿਰ ਉਹ ਸਪਲੀਮੈਂਟ ਕੁਝ ਨਹੀਂ ਕਰ ਸਕਦੇ। ਸਪਲੀਮੈਂਟ ਸਿਰਫ ਇਹ ਹੈ ਕਿ ਵੀ ਚਲੋ ਇੱਕ ਐਕਸਟਰਾ ਕਹਿ ਲਓ ਵੀ ਇੱਕ 90% ਤਾਂ ਮੈਂ ਕਹਿ ਰਿਹਾ ਡਾਈਟ ਹੈ, 10% ਯੈਸ ਡੈਫੀਨੇਟਲੀ। ਜਦੋਂ ਤੁਸੀਂ ਕੰਪੀਟ ਕਰਦੇ ਹੋ ਉਸ ਲੈਵਲ ਤੇ, ਜਦੋਂ ਤੁਸੀਂ ਇੱਕ ਬਹੁਤ ਕੰਪੀਟੀਟਿਵ ਲੈਵਲ ਤੇ ਕੰਪੀਟ ਕਰਦੇ ਹੋ, ਉਦੋਂ ਤੁਹਾਨੂੰ ਇੱਕ ਐਕਸਟਰਾ ਐਜ ਚਾਹੀਦਾ ਹੁੰਦਾ। ਐਂਡ ਉਹ ਇੱਕ ਤਰੀਕੇ ਸਿਰ ਤੁਹਾਡੇ ਅੱਛੇ ਕੋਚ ਸਾਹਿਬ ਹੋਣ, ਤੁਹਾਡੇ ਅੱਛੇ ਨਿਊਟ੍ਰੀਸ਼ਨਿਸਟ ਨਾਲ ਹੋਣ, ਤੁਹਾਨੂੰ ਮੈਡੀਕਲੀ ਡਾਕਟਰਸ ਤੁਹਾਡੇ ਨਾਲ ਹੋਣ, ਤੁਹਾਨੂੰ ਪਤਾ ਹੋਵੇ ਮੈਂ ਕੀ ਲੈ ਰਿਹਾ, ਕਿਉਂ ਲੈ ਰਿਹਾ, ਔਰ ਅੱਛੇ ਜਗ੍ਹਾ ਤੋਂ ਪ੍ਰੋਕਿਓਰ ਕਰੋ, ਔਰ ਉਹਦੀ ਡੋਜ਼ ਐਂਡ ਐਵਰੀਥਿੰਗ ਸ਼ੁੱਡ ਬੀ ਤੁਹਾਡੇ ਕੋਚ ਸਾਹਿਬ ਨੇ ਤੁਹਾਨੂੰ ਗਾਈਡ ਕੀਤਾ ਹੋਵੇ, ਤੁਹਾਨੂੰ ਪਤਾ ਹੋਵੇ ਕੀ ਲੈ ਰਹੇ ਹੋ, ਤੇ ਉਸ ਹਿਸਾਬ ਤੋਂ ਚਲੋ ਤਾਂ ਠੀਕ ਹੈ। ਲੇਕਿਨ ਡਾਈਟ ਬੇਸ ਹੈ ਜੀ, ਡਾਈਟ ਦੇ ਬਿਨਾਂ ਕੁਝ ਨਹੀਂ ਹੋ ਸਕਦਾ, ਜਿਹੜੀ ਰੀਅਲ ਖੁਰਾਕ ਹੁੰਦੀ ਹੈ। ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਬੋਡੀ ਬਿਲਡਰ ਨੇ, ਚਾਹੇ ਉਹ ਮੁੰਡਾ ਕੁੜੀ, ਅਦਰ ਹੀ ਔਰ ਸ਼ੀ, ਦੇ ਨੀਡ ਇਟ, ਫਿਰ ਚਾਹੇ ਪ੍ਰੋਟੀਨ ਆ, ਫਿਰ ਚਾਹੇ ਕ੍ਰੇਟਿਨ। ਡਿਪੈਂਡ ਕਰਦਾ ਹੈ ਕਿ ਦੇ ਨੀਡ ਇਟ ਔਰ ਨਾਟ, ਡਿਪੈਂਡਿੰਗ ਅਪਨ ਦ ਲੈਵਲ ਕਿ ਕਿੱਥੇ ਕੰਪੀਟ ਕਰਨੇ, ਉਹਨਾਂ ਦੇ ਆਪਣੇ ਜੈਨੇਟਿਕਸ, ਔਰ ਡਾਈਟ ਕਿੰਨੀ ਕੁ ਵਧੀਆ ਕੋਈ ਬੰਦਾ ਖਾ ਸਕਦਾ, ਟਾਈਮ ਹੁੰਦਾ ਉਹਨੂੰ ਖਾਣ ਨੂੰ, ਔਰ ਉਹ ਮੈਨੇਜ ਕਰ ਸਕਦਾ ਆਪਣੀ ਡਾਈਟ। ਕੋਈ ਕਈ ਵਾਰੀ ਤੁਸੀਂ ਹਰ ਜਗ੍ਹਾ ਤੁਹਾਡਾ ਕੋਈ ਕੰਮ ਇਹੋ ਜਿਹਾ, ਮੇਰਾ ਤਾਂ ਚਲੋ ਕੰਮ ਹੀ ਇਹ ਹੈ,
ਬਟ ਕਈ ਲੋਕ ਇੰਨੇ ਨਹੀਂ ਬਲੈਸਡ ਹੁੰਦੇ ਨੇ। ਕਈ ਹੋ ਸਕਦਾ ਹੈ ਹੁਣ ਤੁਸੀਂ ਬੈਂਕ 'ਚ ਜੌਬ ਕਰਦੇ ਹੋ, ਤੁਸੀਂ ਕਿਸੇ ਸਰਕਾਰੀ, ਤੁਸੀਂ ਪੁਲਿਸ ਮਹਿਕਮੇ ਜੌਬ ਕਰਦੇ ਹੋ, ਤੇ ਸਵੇਰ ਤੋਂ ਸ਼ਾਮ ਤੱਕ ਇੱਕ ਐਸਐਚਓ ਸਾਹਿਬ ਨੇ, ਸਮਝ ਲਓ ਕਿੰਨਾ ਪ੍ਰੈਸ਼ਰ ਹੁੰਦਾ ਉਹਨਾਂ ਤੇ ਜੋ ਇੱਧਰ ਉੱਧਰ ਭੱਜ ਰਹੇ ਨੇ, ਤੇ ਉਹ ਨਹੀਂ ਆਪਣਾ ਹੁਣ ਕਹੋ ਕਿ ਵੀ ਹੁਣ ਉੱਥੇ ਇੰਨੀ ਵੱਡੀ ਮੀਟਿੰਗ ਹੈ, ਕੋਈ ਆ ਜ਼ਰੂਰੀ ਕੰਮ ਹੈ, ਉੱਥੇ ਕੋਈ ਚੋਰ ਚੱਕੇ, ਕੋਈ ਧਰਨੇ ਲੱਗੇ ਹੋਏ ਨੇ, ਤੇ ਉੱਥੇ ਉਹ ਆਪਣਾ ਚਿਕਨ ਥੋੜ੍ਹਾ ਨਾ ਕਿਤੋਂ ਮਿਲ ਜੂਗਾ, ਫਿਰ ਉਹ ਇੱਕ ਸਕੂਪ ਖਾ ਲੂਗਾ ਆਪਣਾ ਪ੍ਰੋਟੀਨ ਦਾ, ਜਦੋਂ ਆਪਣੇ ਘਰ ਜਾਣਗੇ ਉਦੋਂ ਆਪਣਾ ਉਹ ਖਾ ਲੂਗਾ। ਬਟ ਉਹਨਾਂ ਨੂੰ ਥੋੜ੍ਹਾ ਬਹੁਤ ਕਰਨਾ ਪੈਣਾ। ਬਟ ਕੋਸ਼ਿਸ਼ ਹਮੇਸ਼ਾ ਮੈਂ ਆਪਣੇ ਸਾਰੇ ਸਟੂਡੈਂਟਸ ਨੂੰ ਹੀ ਕਹਿਣਾ, ਕੋਸ਼ਿਸ਼ ਇਹੀ ਕਰੋ ਆਪਣੀ ਨੈਚੁਰਲ ਡਾਈਟ ਤੋਂ ਸਾਰਾ ਕੁਝ ਪੂਰਾ ਕਰੋ। ਇੱਕ ਮੈਨੂੰ ਲੱਗਦਾ ਬੋਡੀ ਬਿਲਡਿੰਗ ਦੇ ਜਦੋਂ ਵੀ ਕੋਈ ਜਿਮ ਜਾਂਦੇ, ਇੱਕ ਤਾਂ ਹੁੰਦਾ ਕਿ ਲੁੱਕਸ ਵਧੀਆ ਆ ਜਾਣ, ਹਨਾ, ਤੁਹਾਡੇ ਕੱਪੜੇ ਪਾਏ ਤੁਹਾਡੇ ਵਧੀਆ ਲੱਗਣ, ਜਚਣ। ਬਟ ਇੱਕ ਮੈਨੂੰ ਲੱਗਦਾ ਜਿਹੜਾ ਪ੍ਰੋਫੈਸ਼ਨਲ ਬੋਡੀ ਬਿਲਡਰ ਹੁੰਦਾ, ਜਦੋਂ ਕੋਈ ਮੁਕਾਮ ਤੇ ਪਹੁੰਚਦਾ, ਕੋਈ ਖਿਤਾਬ, ਕੋਈ ਟਾਈਟਲ ਉਸਨੂੰ ਮਿਲਦਾ, ਫਿਰ ਚਾਹੇ ਮਿਸਟਰ ਮੋਹਾਲੀ ਦੀ ਗੱਲ ਕਰ ਲਈਏ, ਪੰਜਾਬ ਦੀ ਗੱਲ ਕਰ ਲਈਏ, ਇੰਡੀਆ ਦੀ ਗੱਲ ਕਰ ਲਈਏ, ਤੁਸੀਂ ਮਿਸਟਰ ਇੰਡੀਆ ਜਿੱਤਿਆ। ਪੂਰੀ ਦੁਨੀਆ, ਜਿਹੜਾ ਮੈਂ ਕਹਿ ਲਾਂ ਦੇਸ਼ ਇੱਕ ਬਹੁਤ, ਜਿਸ ਦੇ ਵਿੱਚ ਕਈ ਸੂਬਿਆਂ ਦੇ ਵਿੱਚ ਪਤਾ ਹੀ ਨਹੀਂ ਅਣਗਿਣਤ ਲੋਕ ਹੋਣਗੇ ਜਿਹੜੇ ਜਿਮ ਵਗੈਰਾ ਕਰਦੇ ਨੇ, ਉਸ ਦੇ ਵਿੱਚੋਂ ਤੁਸੀਂ ਆਪਣੇ ਆਪ ਨੂੰ ਉੱਥੇ ਤੱਕ ਲੈ ਕੇ ਗਏ। ਕਿਹੋ ਜਿਹੀ ਉਹ ਫੀਲਿੰਗ ਸੀ, ਅਤੇ ਉਦੋਂ ਪਰਿਵਾਰ ਦਾ ਕਿਹੋ ਜਿਹਾ ਰਿਐਕਸ਼ਨ ਸੀ ਜਿਨ੍ਹਾਂ ਨੂੰ ਤੁਸੀਂ 9ਵੀਂ 10ਵੀਂ ਦੇ ਵਿੱਚ ਉਹ ਵਾਅਦਾ ਕੀਤਾ ਸੀ? ਮੈਂ ਇਹ ਕਹੂੰਗਾ ਸਭ ਤੋਂ ਪਹਿਲਾਂ ਜਿਹੜਾ ਮੈਂ ਬਹੁਤ ਟਾਈਟਲ ਜਿੱਤੇ ਨੇ, ਬਟ ਜਿਹੜਾ ਮੈਂ ਸਭ ਤੋਂ ਪਹਿਲਾਂ ਸਭ ਤੋਂ ਵੱਡਾ ਟਾਈਟਲ ਜਿੱਤਿਆ ਸੀਗਾ, ਉਹ ਜਿਹਦੇ 'ਚ ਸਭ ਤੋਂ ਜ਼ਿਆਦਾ ਮੈਨੂੰ ਖੁਸ਼ੀ ਮਿਲੀ ਸੀਗੀ, ਦੈਟ ਵਾਜ਼ ਮਿਸਟਰ ਪੰਜਾਬ। ਓਵਰਆਲ ਚੈਂਪੀਅਨ ਬਣਿਆ ਸੀਗਾ, ਮੈਨੂੰ ਬੁਲਟ ਮੋਟਰਸਾਈਕਲ ਮਿਲਿਆ ਸੀਗਾ, ਤੇ ਉਹ ਮੈਨੂੰ ਯਾਦ ਹੈ ਉਦੋਂ, ਅੱਜ ਤੋਂ ਕੋਈ 13-14 ਸਾਲ ਪਹਿਲਾਂ ਦੀ ਗੱਲ ਹੋਊਗੀ, 13 ਸਾਲ। ਤੇ ਉਹ ਮੇਰਾ ਇੱਕ ਜਿਹਨੂੰ ਕਹਿੰਦੇ ਨੇ ਦ ਹਾਈ ਆਫ ਲਾਈਫ ਕਹਿੰਦੇ ਨਾ, ਉਹ ਮੈਨੂੰ ਸਭ ਤੋਂ ਵੱਡਾ ਅਚੀਵਮੈਂਟ ਅੱਜ ਤੱਕ। ਉਹ ਜਿਹੜੀ ਫੀਲਿੰਗ ਸੀਗੀ ਉਹ ਮੈਨੂੰ ਕਦੇ ਨਹੀਂ ਆਈ, ਕਿਉਂਕਿ ਜਦੋਂ ਮੈਂ ਆਇਆ ਬੁਲਟ ਤੇ ਬੈਠਿਆ, ਮੇਰੇ ਅੱਖਾਂ 'ਚੋਂ ਅਥਰੂ ਆ ਗਏ, ਤੇ ਮੈਂ ਮਿਸਟਰ ਪੰਜਾਬ ਓਵਰਆਲ ਚੈਂਪੀਅਨ ਉਹਨਾਂ ਨਾਲ ਖੜਿਆ, ਜਿਹੜੇ ਮੁੰਡੇ ਮੈਂ ਦੇਖਦਾ ਹੁੰਦਾ ਸੀਗਾ ਵੀ ਬਹੁਤ ਤਕੜੇ ਨੇ, ਮੈਂ ਪਹਿਲੀ ਵਾਰੀ ਉਹਨਾਂ ਨਾਲ ਖੜਿਆ ਸੀਗਾ। ਸੱਚੀ ਗੱਲ ਦੱਸਾਂ, ਮੈਂ ਸਿਰਫ ਕੰਪੀਟ ਕਰਨ ਵਾਸਤੇ ਖੜਿਆ ਸੀ ਉਦੋਂ। ਤਾਂ ਮੈਨੂੰ ਐਂ ਲੱਗਦਾ ਸੀਗਾ ਮੈਂ ਪਹਿਲੀ ਵਾਰੀ ਐਡਾ ਵੱਡਾ ਸ਼ੋਅ ਖੇਲ ਰਿਹਾ, ਮਾੜਾ ਮੋਟਾ ਮੈਂ ਦਿਖ ਵੀ ਜਾਵਾਂ ਉਹ ਵੀ ਬਹੁਤ ਹੈ ਸ਼ਾਇਦ। ਤੇ ਲੇਕਿਨ ਮੈਂ ਓਵਰਆਲ ਚੈਂਪੀਅਨ ਬਣਿਆ। ਓਵਰਆਲ ਚੈਂਪੀਅਨ ਦਾ ਮਤਲਬ ਸਿਰਫ ਆਪਣੀ ਕੈਟੇਗਰੀ ਨਹੀਂ, ਵੇਟ ਕੈਟੇਗਰੀ ਨਹੀਂ, ਸਾਰੀ ਵੇਟ ਕੈਟੇਗਰੀ ਜਿਹੜੇ ਜਿੱਤ ਜਾਂਦੇ ਨੇ, ਫਿਰ ਉਹ ਆਪਸ ਭਿੜਦੇ ਨੇ। ਫਿਰ ਉਹਨਾਂ ਦੇ ਵਿੱਚ ਜਿਹੜਾ ਸਭ ਤੋਂ ਵਧੀਆ ਸਰੀਰ ਹੁੰਦਾ, ਉਹ ਫਿਰ ਮਤਲਬ ਜਿਹਨੂੰ ਕਹਿੰਦੇ ਨੇ, ਉਹਨੂੰ ਜੱਜ ਕਰਦੇ ਨੇ ਓਵਰਆਲ ਚੈਂਪੀਅਨ। ਫਿਰ ਉੱਥੋਂ ਜਿਹੜਾ ਉਹ ਰਸਤਾ ਸੀ, ਮੈਨੂੰ ਲੱਗਦਾ ਬੁਲਟ ਤੇ ਹੀ ਪਾਰ ਫਿਰ ਕੀਤਾ। ਮੈਂ ਐਂ ਆਇਆ ਸੀਗਾ, ਤੇ ਜਦੋਂ ਮੈਂ ਸਟੇਜ ਤੇ ਆਇਆ ਤੇ 4 ਮੁੰਡੇ ਸੀਗੇ, ਤੇ ਫਿਰ ਲਾਸਟ ਵਿੱਚ 2 ਰਹਿ ਗਏ, ਮੈਂ ਰਹਿ ਗਿਆ, ਤੇ ਜਿਹੜਾ ਉਦੋਂ ਮਿਸਟਰ ਪੰਜਾਬ ਸੀ ਮੁੰਡਾ, ਉਹ ਰਹਿ ਗਿਆ। ਤੇ ਉਹਨਾਂ ਨੇ ਬਾਂਹ ਫੜੀ ਸੀ, ਤੇ ਮੈਨੂੰ ਜੱਜ ਸਾਹਿਬ ਨੇ ਕਿਹਾ ਕਿ ਵੀ ਹਾਂ ਵੀ ਬੇਟਾ ਤੂੰ ਕਿੱਥੋਂ ਆ? ਮੈਂ ਕਿਹਾ ਜੀ ਸਰ ਮੈਂ ਮੋਹਾਲੀ ਤੋਂ ਆਇਆ। ਇਹ ਸ਼ੋਅ ਹੋਇਆ ਸੀਗਾ ਮੰਡੀ ਗੋਬਿੰਦਗੜ੍ਹ। ਤੇ ਕਹਿੰਦੇ ਕਿਵੇਂ ਆਇਆ? ਮੈਂ ਕਿਹਾ ਜੀ ਮੈਂ ਗੱਡੀ 'ਚ ਆਇਆ ਜੀ। ਤੇ ਕਹਿੰਦਾ ਉਹ ਕਹਿੰਦੇ ਵੀ ਆਇਆ ਤਾਂ ਤੂੰ ਗੱਡੀ 'ਚ ਹੈ ਕਾਕਾ, ਜਾਏਗਾ ਤੂੰ ਬੁਲਟ ਤੇ। ਫਿਰ ਮੈਂ ਸਮਝ ਗਿਆ, ਮੈਂ ਕਿਹਾ ਮੈਂ ਜਿੱਤ ਗਿਆ, ਤੇ ਮੈਨੂੰ ਬੜੀ ਖੁਸ਼ੀ ਹੋਈ। ਤੇ ਉਹ ਬੁਲਟ ਮੇਰੇ ਲਈ ਇੱਕ ਮਰਸੀਡੀਜ਼ ਤੋਂ ਘੱਟ ਨਹੀਂ ਹੈ ਜੀ। ਉਹਦੇ ਬਾਅਦ ਮੈਂ ਬਹੁਤ ਬੁਲਟ ਜਿੱਤੇ, 7-8 ਬੁਲਟ ਜਿੱਤੇ। ਐਂਡ ਪਹਿਲਾਂ ਕਹਿੰਦੇ ਹਮੇਸ਼ਾ ਉਹਦੀ ਯਾਦਗਾਰ ਫਿਰ ਬਹੁਤ ਜ਼ਿਆਦਾ, ਉਹਦੀ ਗੱਲ ਹੀ ਹੋਰ ਸੀ ਜੀ। ਭਾਜੀ ਤੁਹਾਡੀ ਜਰਨੀ ਦੀ ਆਪਾਂ ਗੱਲ ਕੀਤੀ ਨਾਲ, ਮੈਨੂੰ ਲੱਗਦਾ ਉਹ ਗੱਲਾਂ ਵੀ ਆਪਾਂ ਕਰ ਲਈਏ ਕਿ ਜਿਹੜੇ ਹੋਰ ਲੋਕਾਂ ਦੇ ਲਈ ਵੀ ਕੰਮ ਆਉਣ ਜ਼ਿੰਦਗੀ ਦੇ ਵਿੱਚ। ਇੱਕ ਜਦੋਂ ਵੀ ਜਿਮਿੰਗ ਦੀ ਗੱਲ ਆਉਂਦੀ ਆ ਤਾਂ ਪ੍ਰੋਟੀਨ ਕਹਿੰਦੇ ਨੇ ਕਿ ਵੈਸੇ ਚਿਕਨ ਲੈ ਲਓ, ਹੋਰ ਵੈਜੀਟੇਬਲਸ ਹੁੰਦੀਆਂ ਨੇ ਬਹੁਤ ਨੇ, ਜੇ ਕੋਈ ਨੋਨ ਵੈਜੀਟੇਰੀਅਨ ਨਹੀਂ ਹੈਗਾ ਉਹਨਾਂ ਦੇ ਵਿੱਚੋਂ ਵੀ ਮਿਲ ਜਾਂਦਾ। ਬਟ ਕਿਤੇ ਨਾ ਕਿਤੇ ਕਹਿੰਦੇ ਨੇ ਕਿ ਤੁਸੀਂ ਪ੍ਰੋਟੀਨ, ਜਿਹੜੇ ਡੱਬੇ ਕਹਿ ਲਓ ਪ੍ਰੋਟੀਨ, ਉਹ ਲੈਣੇ ਜ਼ਰੂਰੀ ਹੋ ਜਾਂਦੇ ਨੇ। ਕੀ ਵਾਕਿਆ ਦੇ ਵਿੱਚ, ਮੈਂ ਪਹਿਲਾਂ ਇਹੀ ਪੁੱਛੂੰ, ਰੀਅਲ ਮਿਲਦੇ ਨੇ? ਕਿਉਂਕਿ ਸ਼ੌਪਸ ਹਰ ਇੱਕ ਮਾਰਕੀਟ ਦੇ ਵਿੱਚ ਨੇ, ਪ੍ਰੋਟੀਨ ਅਵੇਲੇਬਲ ਨੇ ਹਰ ਇੱਕ ਮਾਰਕੀਟ ਦੇ ਵਿੱਚ, ਪਰ ਸੱਚਾਈ ਕੀ ਰੀਅਲ ਮਿਲਦੇ ਨੇ? ਹਾਂ, ਰੀਅਲ ਤਾਂ ਮਿਲਦੇ ਨੇ, ਇਹਦੇ 'ਚ ਕੋਈ ਡਾਊਟ ਨਹੀਂ। ਹਰ ਚੀਜ਼ ਰੀਅਲ ਵੀ ਹੈ ਦੁਨੀਆ 'ਚ, ਹਰ ਚੀਜ਼ ਜੀ ਮਤਲਬ ਓਰੀਜਨਲ ਵੀ ਮਿਲਦੀ ਹੈ ਤੇ ਡੁਪਲੀਕੇਟ ਵੀ ਮਿਲਦੀ ਹੈ। ਉਹ ਤਾਂ ਹੀ ਮੈਂ ਸਭ ਨੂੰ ਕਹਿੰਦਾ ਕਿ ਬੜਾ ਧਿਆਨ ਨਾਲ ਪ੍ਰੋਕਿਓਰ ਕਰੋ ਆਪਣੀ, ਜਿੱਥੇ ਵੀ ਹੈ ਜਿਹੜੀ ਚੀਜ਼ ਵਧੀਆ ਹੋਵੇ, ਉਹਦੇ ਵਿੱਚ ਬਾਰਕੋਡਸ ਵਗੈਰਾ ਹੋਵੇ, ਸਕੈਨ ਕਰੋ ਆਪਣਾ ਹਰ ਚੀਜ਼, ਐਂਡ ਐਕਸਪਾਇਰੀ ਡੇਟ ਦੇਖ ਕੇ, ਔਰ ਜਿਹੜਾ ਇੰਪੋਰਟਰ ਦੀ ਸਟੈਂਪ ਲੱਗੀ ਹੁੰਦੀ ਹੈ ਉਹ ਦੇਖ ਕੇ। ਦੇਰ ਆਰ ਮੈਨੀ ਵੇਜ਼ ਟੂ ਫਾਈਂਡ ਕਿ ਪ੍ਰੋਡਕਟ ਆਥੈਂਟਿਕ ਹੋਵੇ। ਐਂ ਨਹੀਂ ਵੀ ਕਿਸੇ ਨੇ ਜਿਮ 'ਚ ਕਿਸੇ ਦੇ ਟ੍ਰੇਨਰ ਨੇ ਦੇਤਾ ਤੇ ਤੁਸੀਂ ਖਾ ਲਿਆ, ਇੱਦਾਂ ਨਹੀਂ ਕਰਨਾ ਚਾਹੀਦਾ, ਉਹ ਗਲਤ ਹੋ ਸਕਦਾ। ਲੇਕਿਨ ਡੈਫੀਨੇਟਲੀ ਓਰੀਜਨਲ ਮਿਲਦੀਆਂ ਹਰ ਚੀਜ਼ ਦੁਨੀਆ 'ਚ। ਜੁੱਤਾ ਹੈ ਨਾਈਕੀ ਦੇ ਜੁੱਤੇ 10,000 ਦਾ ਵੀ ਹੈ, ਤੇ 500 ਰੁਪਏ ਦਾ ਵੀ ਮਿਲ ਜੂਗਾ ਸ਼ਾਸਤਰੀ ਮਾਰਕੀਟ 'ਚ। ਪਰ ਉਹ ਕਈ ਵਾਰ ਇਹ ਵੀ ਕਹਿ ਦਿੰਦੇ ਨੇ ਨਾ, ਬਹੁਤ ਸਾਰੇ ਪੇਰੈਂਟਸ ਨੂੰ ਵੀ ਆਪਣੇ ਬੱਚਿਆਂ ਦੀ ਫਿਕਰ ਹੁੰਦੀ ਆ। ਤੁਸੀਂ ਜੁੱਤਿਆਂ ਦੀ ਐਗਜ਼ਾਮਪਲ ਦਿੱਤੀ, ਚਲੋ ਓਰੀਜਨਲ ਨਹੀਂ ਮਿਲੂਗਾ ਬਟ ਕੋਈ ਨੁਕਸਾਨ ਨਹੀਂ ਹੋਊਗਾ ਬੋਡੀ ਨੂੰ, ਬਟ ਜੇ ਆਪਾਂ ਡੁਪਲੀਕੇਟ ਪ੍ਰੋਟੀਨ ਲਵਾਂਗੇ ਉਹਦਾ ਨੁਕਸਾਨ ਬਹੁਤ ਹੋਊਗਾ। ਬਿਲਕੁਲ ਸਹੀ ਗੱਲ ਹੈ ਜੀ। ਇਸੇ ਕਰਕੇ ਮੈਂ ਕਹਿੰਦਾ ਕਿ ਵੀ ਜੁੱਤਾ ਭਾਵੇਂ ਨਕਲੀ ਪਾ ਲਓ, ਟੀ-ਸ਼ਰਟ ਨਕਲੀ ਪਾ ਲਓ, ਕੋਈ ਫਰਕ ਨਹੀਂ ਪੈਂਦਾ। ਲੇਕਿਨ ਪ੍ਰੋਟੀਨ ਜਾਂ ਕੋਈ ਵੀ ਸਪਲੀਮੈਂਟ, ਕੋਈ ਦਵਾਈ ਹੋਵੇ ਕੁਛ ਕਿਸਮ ਦੀ, ਤੁਸੀਂ ਕੈਮਿਸਟ ਕੋਲ ਵੀ ਜਾਂਦੇ ਹੋ, ਤੇ ਅੱਛੀ ਦੁਕਾਨ ਤੋਂ ਦੇਖਭਾਲ ਕੇ, ISI ਮਾਰ ਗਏ ਉਹ ਸਾਰੇ ਮਾਰ ਕੇ ਦੇਖ ਕੇ ਆਪਣੀ ਚੀਜ਼ ਲਓ, ਬਹੁਤ ਜ਼ਰੂਰੀ ਹੈ। ਬਾਕੀ ਹੈਵਿੰਗ ਸੈਡ ਕਿ ਵੀ ਪ੍ਰੋਟੀਨ ਡੱਬਾ, ਜਿਹੜਾ ਪ੍ਰੋਟੀਨ ਮਤਲਬ ਡੱਬੇ ਵਾਲਾ ਪ੍ਰੋਟੀਨ ਜ਼ਰੂਰੀ ਹੈ, ਨਹੀਂ, ਉਹ ਬਿਲਕੁਲ ਜ਼ਰੂਰੀ ਨਹੀਂ ਹੈ। ਇਹੋ ਜਿਹੀ ਕੋਈ ਗੱਲ ਨਹੀਂ ਹੈ। ਅਗੇਨ ਮੈਂ ਇਹੀ ਕਹੂੰਗਾ, ਇਹ ਉਦੋਂ ਹੀ ਹੈ ਜੇ ਤੁਸੀਂ
ਆਪਣੀ ਕੋਈ ਡਾਈਟ ਮਿਸ ਕਰ ਰਹੇ ਹੋ, ਤੁਹਾਡੇ ਤੋਂ ਨਹੀਂ ਖਾ ਹੋ ਰਿਹਾ, ਤੁਹਾਨੂੰ ਇਹ ਲੱਗਦਾ ਕਿ ਵੀ ਮੈਂ ਇਸ ਟਾਈਮ ਹਵਾਈ ਜਹਾਜ਼ ਜਾ ਰਿਹਾ, ਹੁਣ ਸਮਝ ਲਓ ਮੈਂ ਮੁੰਬਈ ਜਾ ਰਿਹਾ ਹਾਂ ਤੇ ਮੇਰੀ 4 ਘੰਟੇ ਮੈਨੂੰ ਪਤਾ ਮੈਂ ਫਲਾਈਟ 'ਚ ਹੋਵਾਂਗਾ, 1 ਘੰਟਾ 에ਅਰਪੋਰਟ 'ਤੇ ਹੋਵਾਂਗਾ, ਮੈਂ ਕਿੱਥੋਂ ਖਾਵਾਂਗਾ। ਉਦੋਂ ਤੁਸੀਂ ਇੱਕ ਆਪਣਾ ਸਕੂਪ ਖਾ ਲਓ ਵੀ ਚਲੋ ਪ੍ਰੋਟੀਨ ਤੁਹਾਡਾ ਪੂਰਾ, ਕਿਉਂਕਿ ਸਾਨੂੰ ਬੋਡੀ ਬਿਲਡਰ ਨੂੰ 3-4 ਘੰਟਿਆਂ ਦੇ ਬਾਅਦ ਪ੍ਰੋਟੀਨ ਮੀਲ ਇੱਕ ਖਾਣਾ ਪੈਂਦਾ। ਭਾਜੀ ਜੇਕਰ ਮੈਂ ਗੱਲ ਕਰਾਂ, ਜਦੋਂ ਜਿਮਿੰਗ ਦੀ ਗੱਲ ਆਉਂਦੀ ਅੱਜ ਕੱਲ੍ਹ ਸਭ ਤੋਂ ਪਹਿਲਾਂ ਪ੍ਰੋਟੀਨ ਹੀ ਹੁੰਦਾ। ਇੱਕ ਸਿੰਪਲ ਜਿਹਾ ਸਵਾਲ ਹੈ, ਤੁਹਾਨੂੰ ਇੰਨੇ ਸਾਲ ਹੋ ਗਏ ਹੈ ਨਾ ਇਸ ਫੀਲਡ ਦੇ ਵਿੱਚ, ਮੁੰਡੇ ਅਤੇ ਜੇਕਰ ਮੈਂ ਕੁੜੀਆਂ ਦੀ ਗੱਲ ਕਰਾਂ ਅਮੂਮਨ ਤੌਰ ਤੇ ਦਿਨ ਦੇ ਵਿੱਚ ਕਿੰਨੇ ਕੁ ਗ੍ਰਾਮ ਪ੍ਰੋਟੀਨ ਜਿਹੜਾ ਉਹਨਾਂ ਨੂੰ ਲੈਣਾ ਚਾਹੀਦਾ? ਮੋਟੀ ਮੈਂ ਜੇ ਗੱਲ ਕਰਾਂ ਕਿ ਕੋਈ ਵੀ ਜੇ ਮੁੰਡਾ ਹੈ ਉਹਦਾ ਜਿੰਨਾ weight ਹੈ ਇਨ kgs, ਜੀ ਜਿਵੇਂ ਸਮਝ ਲਓ ਕੋਈ ਮੇਰੇ ਵਰਗਾ 100 ਕਿਲੋ ਦਾ ਬੰਦਾ ਹੈ ਤੇ ਉਹਨੂੰ 2 ਟਾਈਮਸ ਇਨ ਗ੍ਰਾਮਸ ਪ੍ਰੋਟੀਨ ਖਾਣਾ ਚਾਹੀਦਾ ਹੈ। ਯਾਨੀ ਕਿ ਜੇ ਮੈਂ 100 ਕਿਲੋ ਦਾ ਤੇ ਇੰਟੂ 2 ਹੋ ਗਿਆ 200, ਤੇ 200 ਗ੍ਰਾਮ ਉਹਨੂੰ ਪ੍ਰੋਟੀਨ, ਇੱਕ ਬੋਡੀ ਬਿਲਡਰ ਦੀ ਗੱਲ ਕਰ ਰਿਹਾ ਮੈਂ ਜਿਹੜਾ ਕੰਪੀਟ ਕਰਦਾ, ਆਮ ਇਨਸਾਨ ਨਹੀਂ, ਜਿਹੜਾ ਬੋਡੀ ਬਿਲਡਰ ਕੰਪੀਟ ਕਰਦਾ ਉਹਨੂੰ ਨਾਰਮਲੀ ਇੰਨਾ ਤਾਂ ਖਾਣਾ ਹੀ ਖਾਣਾ ਪੈਂਦਾ। ਤੇ ਜਿਹੜੀ ਕੁੜੀਆਂ ਨੇ ਉਹਨਾਂ ਨੂੰ 1.5 ਤੋਂ 1.25 ਗੁਣਾ, ਯਾਨੀ ਕਿ ਜੇ ਉਹ 50 ਕਿਲੋ ਹੈ weight ਕਿਸੇ ਫੀਮੇਲ ਦੇ ਵਿੱਚ, ਤੇ ਉਹਨਾਂ ਨੂੰ 75 ਤੋਂ ਲੈ ਕੇ 60 ਗ੍ਰਾਮ ਤੱਕ ਖਾ ਜਾਣਾ ਚਾਹੀਦਾ। ਭਾਜੀ ਇੱਕ ਅੱਜ ਕੱਲ੍ਹ ਪੰਜਾਬ ਦੀ ਗੱਲ ਕਰ ਲਈਏ, ਹਾਲਾਂਕਿ ਪੰਜਾਬ ਦੇ ਵਿੱਚੋਂ ਪਲੇਅਰ ਬਹੁਤ ਨਿਕਲਦੇ ਨੇ, ਬੋਡੀ ਬਿਲਡਰ ਵੀ ਬਹੁਤ ਨਿਕਲਦੇ ਨੇ, ਪਰ ਦੂਜੇ ਸੂਬਿਆਂ ਦੀ ਗੱਲ ਕਰ ਲਾਂ, ਸਰਕਾਰਾਂ ਦੀ ਗੱਲ ਕਰ ਲਈ, ਉਹ ਅਕਸਰ ਇੱਕ ਕਹਿੰਦੇ ਨੇ ਕਿ ਸ਼ਬਦ ਜਿਹੜਾ ਨਾਲ ਜੁੜ ਜਾਂਦਾ, ਨਸ਼ਾ ਕਹਿੰਦੇ ਪੰਜਾਬ ਦੇ ਵਿੱਚ ਬਹੁਤ ਆ। ਮੁੰਡੇ ਕੁੜੀਆਂ ਵੀਡੀਓਜ਼ ਅਕਸਰ ਵਾਇਰਲ ਹੁੰਦੀਆਂ ਨੇ ਕਿ ਨਸ਼ੇ ਦੇ ਵਿੱਚ ਧੁੱਤ ਹੋਏ ਪਏ ਨੇ। ਕਿਹੋ ਜਿਹਾ ਲੱਗਦਾ, ਤੁਸੀਂ ਜਿਮ ਦੇ ਵਿੱਚੋਂ ਬਹੁਤ ਸਾਰੇ ਨਸ਼ਾ ਛੱਡ ਕੇ ਜਿਮ ਵੱਲ ਆਏ ਹੋਣੇ, ਜਾਂ ਬਹੁਤ ਸਾਰੇ ਕਿਹੋ ਜਿਹੀ ਫੀਲਿੰਗ ਹੁੰਦੀ ਆ ਜਦੋਂ ਦੇਖਦੇ ਹੋ ਕਿ ਮੁੰਡੇ ਕੁੜੀਆਂ, ਇੱਕ ਜਿਹੜਾ ਟੈਗ ਦੂਸਰੇ ਪਾਸੇ ਨਸ਼ਿਆਂ ਦਾ ਲੱਗ ਰਿਹਾ, ਪਰ ਅੱਜ ਮੇਰੀ ਜਿਮ ਦੇ ਵਿੱਚ ਆ ਕੇ ਫਿਟਨੈਸ ਵੱਲ ਧਿਆਨ ਦੇ ਰਹੇ? ਜੀ ਇਹਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਤੁਸੀਂ ਬਹੁਤ ਸੋਹਣਾ ਕੁਐਸਚਨ ਪੁੱਛਿਆ, ਖਾਸ ਕਰਕੇ ਬੜਾ ਦੁੱਖ ਹੁੰਦਾ ਸੀ। ਤੁਸੀਂ ਪੰਜਾਬ ਦੀ ਗੱਲ ਕੀਤੀ ਹੈ, ਮੈਂ ਬੋਲਣਾ ਨਹੀਂ ਚਾਹੁੰਦਾ, ਲੇਕਿਨ ਸਾਨੂੰ ਸਭ ਨੂੰ ਪਤਾ ਹੈ ਪੰਜਾਬ 'ਚ ਪਿੱਛੇ ਜੇ ਇੱਕ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਨਸ਼ਿਆਂ ਦਾ, ਵਿਚ ਇਜ਼ ਵੈਰੀ ਸੈਡ, ਕਿਉਂਕਿ ਸਾਡੀ ਸਟੇਟ ਸਾਡੇ ਗੁਰੂਆਂ ਦੀ ਧਰਤੀ ਹੈ, ਔਰ ਜੋ ਸਾਡੀ ਹਿਸਟਰੀ ਹੈ ਪੰਜਾਬ ਦੀ, ਉਹ ਬਿਲਕੁਲ ਵੀ ਨਸ਼ਿਆਂ ਤੋਂ ਤਾਂ ਸਾਡੇ ਗੁਰੂ ਸਾਹਿਬ ਨੇ ਬਹੁਤ ਹੀ ਜ਼ਿਆਦਾ ਸਾਨੂੰ ਦੂਰ ਰੱਖਿਆ ਹੈ। ਸਾਡੇ ਤਾਂ ਹੈ ਹੀ ਨਹੀਂ ਹੋਣਾ ਚਾਹੀਦਾ, ਬਟ ਸਟਿਲ ਇਹ ਹੋਇਆ, ਵਿਚ ਇਜ਼ ਵੈਰੀ ਸੈਡ। ਬਟ ਮੈਂ ਆਪਣੇ ਆਪ ਤੇ ਮੈਨੂੰ ਇਹ ਲੱਗਦਾ ਵੀ ਪਰਮਾਤਮਾ ਨੇ ਮੈਨੂੰ ਇੱਕ ਕੋਈ ਕਿਸੇ ਕਿਸਮ ਦਾ ਹੁਨਰ ਦਿੱਤਾ, ਇਹ ਕੋਈ ਬਖਸ਼ਿਸ਼ ਹੀ ਹੈ ਕਿ ਮੈਨੂੰ ਮੌਕਾ ਬਹੁਤ ਮਿਲਿਆ, ਔਰ ਮੈਂ ਬਹੁਤ ਲੋਕਾਂ ਨੂੰ, ਬਹੁਤ ਜ਼ਿਆਦਾ ਮੁੰਡਿਆਂ ਨੂੰ, ਇੰਨੀ ਮੰਡੀਰ ਨੂੰ ਮੈਂ ਨਸ਼ਿਆਂ ਤੋਂ ਛੁਡਾਇਆ ਹੈ। ਕਿਉਂਕਿ ਉਹ ਮੇਰੇ ਕੋਲ ਆਉਂਦੇ ਸੀਗੇ ਤੇ ਭਾਜੀ ਤੁਹਾਡੇ ਵਰਗਾ ਬੰਦਾ ਹੈ। ਮੈਂ ਕਿਹਾ ਵੀ ਪਹਿਲਾਂ ਤਾਂ ਕੀ ਖਾਣਾ ਹੈ, ਕੀ ਕਰਨਾ? ਮੈਂ ਕਿਹਾ ਕੀ ਖਾਣਾ ਹੈ ਉਹ ਮੈਂ ਬਾਅਦ ਦੱਸਾਂਗਾ, ਕੀ ਨਹੀਂ ਖਾਣਾ ਪਹਿਲਾਂ ਉਹ ਮੇਰੇ ਤੋਂ ਸਮਝੋ। ਫਿਰ ਉਹਨਾਂ ਨੂੰ ਮੈਂ ਚਸਕਾ ਪਾਇਆ ਬੋਡੀ ਬਿਲਡਿੰਗ ਦਾ, ਤੇ ਉਹਨਾਂ ਨੂੰ ਇੰਨਾ ਕੁ ਚਸਕਾ ਪੈ ਗਿਆ ਆਪਣੇ ਸਰੀਰ ਦਾ ਕਿ ਉਹਨਾਂ ਤੋਂ ਜੇ ਉਹ ਕੋਸ਼ਿਸ਼ ਵੀ ਕਰਦੇ ਸੀ ਕੁਝ ਲੈਣ ਨੂੰ, ਦਿਲ ਮਤਲਬ ਕਹਿੰਦੇ ਨਹੀਂ ਲੈ ਸਕਦੇ, ਕਿ ਕੱਲ ਨੂੰ ਅਸੀਂ ਜਿਮ ਜਾਣਾ, ਭਾਜੀ ਨੇ ਉੱਥੇ ਮਿਹਨਤ ਕਰਾਉਣੀ ਹੈ। ਜਦੋਂ ਮਿਹਨਤ ਕਰਾਉਣਗੇ ਸਾਡੇ ਜੇ ਉਤਰਨੀ ਨਹੀਂ ਸਾਡੀ, ਤੇ ਉਹ ਫਿਰ ਹੌਲੀ ਹੌਲੀ ਉਹਨਾਂ ਨੂੰ ਨਸ਼ਾ ਹੀ ਦੂਸਰਾ ਲੱਗ ਗਿਆ ਬੋਡੀ ਬਿਲਡਿੰਗ ਦਾ। ਹੁਣ ਉਹ ਕਹਿੰਦੇ ਨੇ ਕਿ ਭਾਈ ਸਾਨੂੰ ਤਾਂ ਜੀ ਆਂਡੇ ਖਾਣੇ ਨੇ, ਚਿਕਨ ਖਾਣਾ ਹੈ, ਤੇ ਡੰਡ ਪੇਲਣੇ ਨੇ, ਪੱਟ ਬਣਾਉਣੇ ਨੇ। ਤੇ ਉਹ ਮੈਨੂੰ ਬੜੀ ਖੁਸ਼ੀ ਹੁੰਦੀ ਹੈ, ਔਰ ਮੇਰੇ ਕੋਲ ਬਹੁਤ ਇਹੋ ਜਿਹੀਆਂ ਮਾਵਾਂ, ਇਹੋ ਜਿਹੀਆਂ ਵਾਈਫਸ ਆਉਂਦੀਆਂ ਨੇ ਮੈਨੂੰ ਰੱਖੜੀਆਂ ਤੇ। ਮੇਰੇ ਕੋਲ ਬਹੁਤ ਕਿਹੜੇ ਕਿ ਵੀ ਅਸੀਂ ਕਿਤੇ ਘੁੰਮ ਲਏ ਆਪਣੇ ਹਸਬੈਂਡ ਨੂੰ ਲੈ ਕੇ, ਜਾਂ ਭਰਾ ਨੂੰ ਲੈ ਕੇ, ਜਾਂ ਬੇਟੇ ਨੂੰ ਲੈ ਕੇ, ਲੇਕਿਨ ਤੁਹਾਡੇ ਕੋਲ ਆ ਕੇ ਉਹ ਪਤਾ ਨਹੀਂ ਕੀ ਹੈ, ਉਹ ਕਹਿੰਦਾ ਕਿ ਨਹੀਂ ਪੁਨੀਤ ਭਾਜੀ ਗੁੱਸਾ ਕਰਨਗੇ, ਪੁਨੀਤ ਭਾਜੀ ਗੁੱਸਾ ਕਰਨਗੇ। ਤੇ ਉਹ ਮੈਨੂੰ ਬੜੀ ਖੁਸ਼ੀ ਆ। ਔਰ ਹੁਣ ਉਹਨਾਂ ਨੂੰ ਇੰਨੀ ਘਿੰਨ ਹੋ ਗਈ ਹੈ ਨਸ਼ਿਆਂ ਤੋਂ, ਉਹ ਜੋ ਮੈਂ ਉਹਨਾਂ ਨੂੰ ਕਹਿੰਦਾ, ਮੈਂ ਕਿਹਾ ਹਾਂ ਵੀ ਹੁਣ ਖਾ ਲੈ ਕੁਛ ਆਪਣਾ, ਕਹਿੰਦਾ ਨਹੀਂ ਭਾਜੀ ਦੇਖ ਵੀ ਨਹੀਂ ਸਕਦਾ ਮੈਂ। ਉਹ ਕਹਿੰਦੇ ਨੇ ਕਿ ਨਸ਼ਾ ਸਿਰਫ ਉਹੀ ਨਸ਼ਾ ਨਹੀਂ ਹੁੰਦਾ, ਨਸ਼ਾ ਕਰਨਾ ਕਿਸੇ ਚੰਗੀ ਚੀਜ਼ ਦਾ ਨਸ਼ਾ ਕਰੋ, ਪਿਆਰ ਦਾ ਕਰੋ, ਜਿਮ ਦਾ ਕਰੋ, ਬੋਡੀ ਬਿਲਡਿੰਗ ਦਾ ਕਰੋ। ਭਾਜੀ ਅਖੀਰ ਦੇ ਵਿੱਚ ਮੇਰਾ ਆਖਰੀ ਸਵਾਲ ਹੈ, ਮੈਂ ਹਰ ਇੱਕ ਨੂੰ ਕਰਦਾ, ਮੈਨੂੰ ਲੱਗਦਾ ਕਿ ਚੰਗਾ ਇਨਸਾਨ ਜਦੋਂ ਇੱਕ ਮੈਸੇਜ ਪਹੁੰਚਾਊਗਾ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਕਨਵੇ ਹੋਊਗਾ। ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ, ਮੁੰਡੇ ਅਤੇ ਕੁੜੀਆਂ ਨੂੰ? ਇਹੀ ਮੈਸੇਜ ਦੇਣਾ ਚਾਹੁੰਦਾ ਜੀ ਕਿ ਸਭ ਤੋਂ ਪਹਿਲਾਂ ਤਾਂ ਆਪਣਾ ਸਰੀਰ ਤੋਂ ਉੱਤੇ ਕੁਛ ਨਹੀਂ ਹੁੰਦਾ। ਹਾਂ ਪੈਸਾ ਕਮਾਉਣਾ ਬਹੁਤ ਜ਼ਰੂਰੀ ਹੈ, ਆਪਣੀ ਸੋਸ਼ਲ ਲਾਈਫ ਵੀ ਦੇਖਣੀ ਜ਼ਰੂਰੀ ਹੈ, ਲੇਕਿਨ ਮੈਂ ਇਹ ਕਹੂੰਗਾ ਜੇ ਤੁਹਾਡਾ ਸਰੀਰ ਹੀ ਤੁਹਾਡੇ ਨਾਲ ਤੁਹਾਡਾ ਤੰਦਰੁਸਤ ਨਹੀਂ ਹੈ, ਇਨਸਾਈਡ ਆਊਟ, ਅੰਦਰੋਂ ਵੀ ਬਾਹਰੋਂ ਵੀ, ਤੇ ਤੁਸੀਂ ਜਿਹੜਾ ਮਰਜ਼ੀ ਕੱਪੜਾ ਪਾ ਲਓ, ਜਿਹੜਾ ਮਰਜ਼ੀ ਕੰਮ ਕਰ ਲਓ, ਤੁਹਾਡਾ ਨਾ ਕੰਮ 'ਚ ਦਿਲ ਲੱਗੂਗਾ, ਨਾ ਤੁਸੀਂ ਕੰਮ 'ਚ ਪ੍ਰੋਡਕਟੀਵਿਟੀ ਲੈ ਕੇ ਆ ਪਾਓਗੇ, ਨਾ ਤੁਸੀਂ ਆਪਣੀ ਫੈਮਿਲੀ 'ਤੇ ਪ੍ਰੋਡਕਟੀਵਿਟੀ ਲੈ ਕੇ ਆ ਪਾਓਗੇ। ਤੁਸੀਂ ਆਪਣੀ ਫੈਮਿਲੀ ਨੂੰ ਵੀ ਉਹ ਟਾਈਮ, ਉਹ ਕੁਆਲਿਟੀ ਟਾਈਮ ਨਹੀਂ ਦੇ ਪਾਓਗੇ ਜੇ ਤੁਸੀਂ ਅੰਦਰੋਂ ਹੀ ਖੰਘ ਰਹੇ ਹੋ, ਜਾਂ ਤੁਹਾਨੂੰ ਅੰਦਰੋਂ ਹੀ ਸਿਸਟਮ ਤੁਹਾਡਾ ਖਰਾਬ ਹੈ ਨਸ਼ਿਆਂ 'ਚੋਂ। ਇਸ ਕਰਕੇ ਨਸ਼ਿਆਂ ਤੋਂ ਪਹਿਲੀ ਗੱਲ ਤਾਂ ਦੂਰ ਰਹੋ, ਔਰ ਆਪਣੇ ਸਰੀਰ 'ਤੇ 1 ਤੋਂ 1.5 ਘੰਟਾ ਹਰ ਰੋਜ਼ ਜ਼ਰੂਰ ਲਗਾਓ। ਮੈਂ ਇਹ ਨਹੀਂ ਕਹਿ ਰਿਹਾ ਕਿ ਜਿਮ ਹੀ ਆਓ, ਕੋਈ ਵੀ ਐਕਟੀਵਿਟੀ ਕਰੋ, ਕੋਈ ਸਪੋਰਟ ਖੇਲੋ, ਕੋਈ ਫੁੱਟਬਾਲ ਖੇਲੋ, ਕਸਰਤ ਕਰ ਲਓ, ਲੇਕ 'ਤੇ ਜਾ ਕੇ ਦੌੜ ਲਾ ਲਓ,
ਕੋਈ ਵੀ ਸਪੋਰਟ, ਹਰ ਇੱਕ ਬੰਦੇ ਨੂੰ ਕੋਈ ਨਾ ਕੋਈ ਸਪੋਰਟ ਦਾ ਚਸਕਾ ਹੋਊਗਾ ਨਾ, ਤੇ ਕੁਛ ਨਾ ਕੁਛ ਜ਼ਰੂਰ ਆਪਣੀ ਜ਼ਿੰਦਗੀ 'ਚ ਅਪਣਾਓ ਅਪਾਰਟ ਫਰੋਮ ਯੋਰ ਵਰਕ ਐਂਡ ਯੋਰ ਫੈਮਿਲੀ ਲਾਈਫ। ਉਹਨੂੰ ਸਭ ਨੂੰ ਛੱਡ ਕੇ 1 ਘੰਟਾ ਆਪਣੇ ਤੇ ਲਗਾਓ ਕਿ ਵੀ ਸੈਲਫਿਸ਼ ਹੋ ਜਾਓ। ਬਟ ਉਹ ਸੈਲਫਿਸ਼ਨੈਸ ਇਜ਼ ਨਾਟ ਰੀਅਲ ਸੈਲਫਿਸ਼ਨੈਸ, ਬਿਕੋਜ਼ ਉਹ ਜਦੋਂ ਤੁਸੀਂ, ਤੁਹਾਡਾ ਸਰੀਰ ਵਧੀਆ ਹੋਊਗਾ, ਤੁਸੀਂ ਸੋਸਾਇਟੀ ਨੂੰ ਵੀ ਦੇ ਪਾਓਗੇ, ਘਰਦਿਆਂ ਨੂੰ ਵੀ ਦੇ ਪਾਓਗੇ, ਕੰਮ ਨੂੰ ਵੀ ਜ਼ਿਆਦਾ ਦੇ ਪਾਓਗੇ, ਐਂਡ ਯੂ ਵਿਲ ਲਿਵ ਅ ਵੈਰੀ ਬਿਊਟੀਫੁਲ ਲਾਈਫ। ਸੋ ਇਹ ਸਨ ਸਾਡੇ ਨਾਲ ਪੁਨੀਤ ਸੰਧੂ ਜੀ, ਜਿਨ੍ਹਾਂ ਨੇ ਫਿਟਨੈਸ ਅਤੇ ਬਾਡੀ ਬਿਲਡਿੰਗ ਦੀ ਦੁਨੀਆ ਦੇ ਵਿੱਚ ਆਪਣਾ ਨਾਮ ਚਮਕਾਇਆ, ਆਪਣੇ ਪੇਰੈਂਟਸ ਦਾ ਅਤੇ ਆਪਣੇ ਸੂਬੇ ਤੇ ਦੇਸ਼ ਦਾ ਨਾਮ ਵੀ ਚਮਕਾਇਆ। ਅਤੇ ਅਖੀਰ ਦੇ ਵਿੱਚ ਉਹੀ ਗੱਲ ਆ ਜਾਂਦੀ ਹੈ ਕਿ ਜੇਕਰ ਤੁਸੀਂ, ਤੁਹਾਡਾ ਇਰਾਦਾ ਦ੍ਰਿੜ ਆ ਅਤੇ ਤੁਸੀਂ ਸਖਤ ਮਿਹਨਤ ਕਰ ਰਹੇ ਹੋ, ਤਾਂ ਫਿਰ ਤੁਹਾਨੂੰ ਉਸ ਮਿਹਨਤ ਦਾ ਫਲ ਵੀ ਜ਼ਰੂਰ ਜ਼ਿੰਦਗੀ ਦੇ ਵਿੱਚ ਮਿਲਦਾ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਇਹ ਐਪੀਸੋਡ ਚੰਗਾ ਲੱਗਿਆ ਹੋਵੇਗਾ ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਇਹ ਗੱਲਾਂ ਕੰਮ ਆਉਣਗੀਆਂ। ਅਤੇ ਅਗਲੀ ਵਾਰ ਇਸੇ ਸਮੇਂ ਇੱਕ ਹੋਰ ਐਪੀਸੋਡ ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾਵਾਂਗੇ ਉਸ ਸ਼ਖਸੀਅਤ ਦੇ ਨਾਲ ਜਿਸ ਨੇ ਆਪਣੇ ਮਾਪਿਆਂ ਦਾ ਅਤੇ ਆਪਣੇ ਦੇਸ਼ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੋਵੇ। ਫਿਲਹਾਲ ਦੇ ਲਈ ਇੰਨਾ ਹੀ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।